ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਐਕਸਾਈਜ਼ ਇੰਸਪੈਕਟਰ ਦੀ ਡੇਟ ਆ ਚੁੱਕੀ ਆ, ਉਹਦੇ ਵਾਸਤੇ ਮੈਥ ਰੀਜ਼ਨਿੰਗ ਤੇ ਜਿਹੜਾ ਬਾਕੀ ਪੋਰਸ਼ਨ ਪਹਿਲਾਂ ਵੀ ਆਪਾਂ ਕਰਦੇ ਹੁੰਦੇ ਸੀਗੇ। ਸੋ ਮੈਂ ਇੱਕ ਸੀਰੀਜ਼ ਸਟਾਰਟ ਕਰਵਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ 2021 ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਵੀ ਐਗਜ਼ਾਮ ਹੋ ਚੁੱਕੇ ਆ ਉਹਨਾਂ ਸਾਰਿਆਂ ਦਾ ਆਪਾਂ ਮੈਥ ਕਵਰ ਕਰ ਦਾਂਗੇ ਤਾਂ ਕਿ ਇੱਕ ਟ੍ਰੈਂਡ ਪਤਾ ਲੱਗ ਜੇ। ਹਾਲਾਂਕਿ ਕੋਈ ਟ੍ਰੈਂਡ ਦੇ ਵਿੱਚ ਫਰਕ ਨਹੀਂ ਹੈਗਾ, ਜਿਹੜਾ ਪਿਛਲੇ 4 ਸਾਲਾਂ 5 ਸਾਲਾਂ 6 ਸਾਲਾਂ ਤੋਂ ਮੈਥ ਜਿਵੇਂ ਆ ਰਿਹਾ ਉਵੇਂ ਹੀ ਮੈਥ ਹੁਣ ਆ ਰਿਹਾ, ਕੋਈ ਵੀ ਫਰਕ ਨਹੀਂ ਹੈਗਾ। ਮੈਂ ਪੇਪਰ ਹੋਣ ਤੋਂ ਪਹਿਲਾਂ ਵੀ ਕਹਿੰਦਾ ਸੀ, ਪੇਪਰ ਹੋਣ ਤੋਂ ਬਾਅਦ ਵੀ ਉਹੀ ਸਟੇਟਮੈਂਟ ਕਹਿ ਰਿਹਾ ਐਂਡ ਉਹਦਾ ਪ੍ਰੂਫ ਹੈ ਜਿਹੜੇ ਕਿ ਆਪਾਂ ਪ੍ਰੀਵੀਅਸ ਕੁਐਸਚਨ ਹੁਣ ਕਰ ਹੀ ਰਹੇ ਹਾਂ। ਐਸਆਈ ਦੇ ਪੇਪਰ ਦੇ ਵਾਸਤੇ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਸੀ ਉਸ ਟਾਈਮ ਤੇ ਕਿ ਜਨਰਲ ਨੌਲੇਜ ਉਹਦੇ ਵਿੱਚ ਟਫ ਆਈ ਆ। ਹਾਂ, ਜਨਰਲ ਨੌਲੇਜ ਜਿਹੜੀ ਮੰਨਦੇ ਆਪਾਂ ਆਊਟ ਆਫ ਦਾ ਬਾਕਸ ਮੰਨ ਸਕਦੇ ਹਾਂ, ਬਟ ਮੈਥ ਰੀਜ਼ਨਿੰਗ ਉਹਦੇ ਵਿੱਚ ਬਹੁਤ ਜ਼ਿਆਦਾ ਸੌਖਾ ਸੀਗਾ। ਇਹਦੀ ਵੀ ਕੰਪਲੇਂਟ ਇਹ ਕਿ ਸਰ ਉਹਦੇ ਵਿੱਚ ਔਖਾ ਸੀ, ਹਾਲਾਂਕਿ ਔਖਾ ਹੈ ਨਹੀਂ ਸੀ। ਚਲੋ ਤਾਂ ਆਪਾਂ ਸਬ ਇੰਸਪੈਕਟਰ ਦਾ ਜਿਹੜਾ 17ਵੀਂ ਸ਼ਿਫਟ ਆ ਉਹਦੇ ਆਪਾਂ ਮੈਥ ਦੇ ਕੁਐਸਚਨ ਕਰਦੇ ਹਾਂ। ਇੰਪੋਰਟੈਂਟ ਇਹ ਐਕਸਾਈਜ਼ ਇੰਸਪੈਕਟਰ ਵਾਸਤੇ ਮੈਂ ਫੇਰ ਕਹਿਣਾ ਕਿ ਰੈਦਰ ਦੈਨ ਜਿਵੇਂ ਆਪਾਂ ਪਹਿਲਾਂ ਪਟਵਾਰੀ ਵਾਸਤੇ ਜਾਂ ਜਿਹੜਾ ਜੇਲ੍ਹ ਵਾਰ ਜਾਂ ਉਸ ਤੋਂ ਪਹਿਲਾਂ ਯਾਨੀ ਕਿ ਸੀਰੀਜ਼ ਜਿਹੜੀਆਂ ਚਲਾਈਆਂ ਸੀਗੀਆਂ ਉਹਦੇ ਵਿੱਚ ਵੀ ਮੈਂ ਮਿਸਲੀਨੀਅਸ ਕੁਐਸਚਨ ਹੀ ਕਰਵਾਉਂਦਾ ਹੁੰਦਾ ਸੀ। ਸੋ ਆਪਾਂ ਜਦੋਂ ਪ੍ਰੀਵੀਅਸ ਕੁਐਸਚਨ ਨੂੰ ਕਰਾਂਗੇ ਤਾਂ ਗੱਲਾਂ ਬਾਤਾਂ ਸਾਰੀਆਂ ਸੇਮ ਹੀ ਆ, ਨਾਲੇ ਤਾਂ ਇਹ ਕੁਐਸਚਨ ਸੋਲਵ ਹੋਣਗੇ, ਨਾਲੇ ਜਿਹੜੇ ਪੇਪਰ ਦੇ ਕੇ ਆਏ ਹੋਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਹਾਂ ਕਿੱਥੇ ਗਲਤੀ ਹੋਈ ਹੈ। ਰਾਈਟ ਆ, ਰੇਸ ਅਕੈਡਮੀ ਅਫੀਸ਼ੀਅਲ ਤੇ ਸਵਾਗਤ ਹੈ। ਤੇ ਬਾਕੀ ਟੈਲੀਗ੍ਰਾਮ ਗਰੁੱਪ ਨੂੰ ਜਰੂਰ ਜੁਆਇਨ ਕਰ ਲਓ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਬਾਕੀ ਐਕਸਾਈਜ਼ ਇੰਸਪੈਕਟਰ ਵਾਸਤੇ ਜਿਹੜੇ ਬੱਚੇ ਤਿਆਰੀ ਕਰ ਰਹੇ ਆ ਟੈਕਸੇਸ਼ਨ ਵਾਲਾ ਤੇ ਜਿਹੜਾ ਇੰਡਸਟਰੀਅਲ ਪ੍ਰਮੋਸ਼ਨ ਵਾਲਾ ਉਹ ਐਪਲੀਕੇਸ਼ਨ ਦੇ ਵਿੱਚ ਕੰਪਲੀਟ ਹੋਇਆ ਹੋਇਆ। ਜਿਹੜੇ MCQ ਵਗੈਰਾ ਉਹ ਕੰਟੀਨਿਊ ਆਪਾਂ ਕਰ ਲਾਂਗੇ। ਰਾਈਟ ਆ, ਤਾਂ ਚਲੋ ਆਪਾਂ ਹੁਣ ਕਰਦੇ ਹਾਂ ਜਿਹੜਾ ਇਹਦੇ ਮੈਥ ਦੇ ਕੁਐਸਚਨ। ਰਾਈਟ ਆ, ਪਹਿਲਾ ਕੁਐਸਚਨ ਧਿਆਨ ਦੇ ਨਾਲ, ਪਹਿਲਾ ਕੁਐਸਚਨ ਹੈਗਾ ਕਹਿੰਦਾ ਇੱਕ ਮੈਟਲ ਸਿਲੰਡਰੀਕਲ ਪਾਈਪ। ਇਹ ਹੁਣ ਥੋੜਾ ਜਿਹਾ ਬਲਰ ਤੁਹਾਨੂੰ ਦਿਖ ਸਕਦਾ, ਸੋ ਆਪਣੀ ਜਿਹੜੀ ਵੀਡੀਓ ਦੀ ਕੁਆਲਿਟੀ ਉਹਨੂੰ ਵਧੀਆ ਕਰ ਲਿਓ। ਰਾਈਟ ਆ, ਕਿਉਂਕਿ ਇਹ ਪੇਪਰ ਤੋਂ ਹੀ ਚੱਕਿਆ ਗਿਆ, ਇਸ ਕਰਕੇ ਕੁਆਲਿਟੀ ਉਹੋ ਜਿਹੀ ਵਧੀਆ ਨਹੀਂ ਮਿਲਦੀ। ਰਾਈਟ ਆ, ਇਹ ਮੈਟਲ ਸਿਲੰਡਰੀਕਲ ਪਾਈਪ ਆ, ਕਹਿੰਦਾ ਜਿਹਦੀ ਹਾਈਟ 35 ਸੈਂਟੀਮੀਟਰ ਹੈ। ਇੱਕ ਸਿਲੰਡਰੀਕਲ ਪਾਈਪ ਹੈ ਜਿਹਦੀ ਹਾਈਟ 35 ਸੈਂਟੀਮੀਟਰ ਹੈ, ਡਾਇਆਮੀਟਰ ਜਿਹੜਾ ਇਨਰ ਡਾਇਆਮੀਟਰ ਹੈ ਉਹ 14 ਸੈਂਟੀਮੀਟਰ ਐਂਡ ਥਿਕਨੈਸ ਹੈ ਜਿਹੜੀ ਉਹ 2 ਸੈਂਟੀਮੀਟਰ ਆ। ਫਾਈਂਡ ਦਾ ਵੋਲਿਊਮ ਆਫ ਦਾ ਮੈਟਲ। ਇਹ ਕੁਐਸਚਨ ਚੰਗਾ ਭਲਾ ਆਪਾਂ ਕੀਤਾ ਹੋਇਆ। ਇੱਕ ਹੋਲੋ ਸਿਲੰਡਰ ਦੀ ਗੱਲ ਹੋ ਰਹੀ ਹੈ। ਜੇਕਰ ਮੈਂ ਇਸ ਸਿਲੰਡਰ ਨੂੰ ਹੋਲੋ ਯਾਨੀ ਕਿ ਐਂ ਕਹਿ ਲਓ ਵੀ ਇੱਕ ਰੇਡੀਅਸ ਐਂ ਕਹਿ ਲਓ, ਇੱਕ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਸਮਝ ਸਕਦੇ ਹਾਂ। ਇੱਕ ਹੋਲੋ ਸਿਲੰਡਰ ਬਣਾ ਲਿਆ ਜਿਹੜਾ ਕਿ ਉੱਪਰੋਂ ਯਾਨੀ ਕਿ ਤੁਸੀਂ ਮੰਨ ਲਓ ਵੀ ਖੁੱਲਾ ਹੁੰਦਾ, ਜਿਵੇਂ ਅੰਦਰ ਇੱਕ ਗੋਲਾ ਉੱਪਰੋਂ ਗੋਲਾ ਜਿਵੇਂ ਸਿਲੰਡਰ ਹੁੰਦਾ। ਰਾਈਟ, ਤਾਂ ਜਿਹੜਾ ਇਹਦਾ ਇਨਰ ਰੇਡੀਅਸ ਹੈ ਬੇਸਿਕਲੀ ਉਹ ਤੁਹਾਨੂੰ ਦੇ ਰੱਖਿਆ ਹੈਗਾ ਡਾਇਆਮੀਟਰ ਦੇ ਰੱਖਿਆ 14, ਤਾਂ ਇਨਰ ਰੇਡੀਅਸ ਹੈ ਜਿਹੜਾ 7 ਹੋ ਗਿਆ। ਥਿਕਨੈਸ ਹੈ ਜਿਹੜੀ ਯਾਨੀ ਕਿ ਆਹ ਜਿਹੜੀ ਮੋਟਾਈ ਹੈ ਇਹ ਹੈਗੀ ਤੁਹਾਡੀ 2, ਯਾਨੀ ਜੇਕਰ ਇਨਰ ਰੇਡੀਅਸ ਦੀ ਗੱਲ ਕਰਾਂ, ਛੋਟੀ ਯਾਰ ਦੀ ਗੱਲ ਕਰਾਂ ਤਾਂ ਉਹ 7 ਹੈ, ਤੇ ਜੇਕਰ ਮੈਂ ਬਾਹਰਲੀ ਯਾਰ ਦੀ ਗੱਲ ਕਰੂੰਗਾ ਤਾਂ ਆਹ ਥਿਕਨੈਸ 2 ਹੋਰ ਐਡ ਹੋ ਜੂਗੀ, ਯਾਨੀ ਜਿਹੜਾ ਬਾਹਰਲੇ ਸਰਕਲ ਦਾ ਰੇਡੀਅਸ ਬਣਦਾ ਵੱਡਾ ਉਹ 7 ਤੇ 2 9 ਬਣ ਗਿਆ। ਰਾਈਟ, ਹੁਣ ਆਪਾਂ ਵੋਲਿਊਮ ਕਰਨਾਗਾ ਤਾਂ ਸਿਲੰਡਰ ਦਾ ਵੋਲਿਊਮ ਜਿਹੜਾ ਹੁੰਦਾਗਾ ਉਹ ਕੀ ਹੁੰਦਾਗਾ πr²h। ਇਹ ਤਾਂ ਨਾਰਮਲ ਸਿਲੰਡਰ ਦਾ। ਜਦੋਂ ਹੋਲੋ ਸਿਲੰਡਰ ਹੋਵੇ ਤਾਂ ਆਪਾਂ ਕੀ ਕਰਾਂਗੇ r² - r²h ਕਰ ਦਾਂਗੇ। ਠੀਕ ਹੈ, ਚੰਗਾ ਭਲਾ ਇਹ ਸਾਰਾ ਕੁਝ ਹੋਇਆ ਹੋਇਆ। ਇਸ ਤੋਂ ਬਾਅਦ ਹੁਣ ਆਪਾਂ ਸੋਲਵ ਕਰ ਲੈਣੇ। 22/7 ਹੈ, r² ਤੁਹਾਡਾ ਕਿੰਨਾ ਆ ਗਿਆ ਜੀ 81, ਜਿਹੜਾ ਆ ਹੈਗਾ ਤੁਹਾਡਾ 49, ਹਾਈਟ ਤੁਹਾਨੂੰ ਦੇ ਰੱਖੀ ਹੈ 35, ਹਾਈਟ ਤੁਹਾਨੂੰ ਦੇ ਰੱਖੀ ਹੈ 35, ਤਾਂ ਇਹ 7 5 35 ਆ ਜਾਊਗਾ। ਰਾਈਟ ਹੈ, ਤਾਂ ਹੁਣ ਇਹਨੂੰ ਭਾਈ ਕੱਢ ਲਓ ਤੇ 22 5 110 ਹੋ ਗਿਆ, ਯਾਨੀ 11 ਦਾ ਮਲਟੀਪਲ ਬਣੂਗਾ। ਠੀਕ ਹੈ, ਇਹਨਾਂ ਨੂੰ ਘਟਾਓ, ਗੁਣਾ ਕਰਨੀ ਨਾ ਕਰੋ। ਠੀਕ ਹੈ, ਗੁਣਾ ਕਰ ਲਓਗੇ ਤਾਂ ਵੀ ਆਨਸਰ ਤੁਹਾਨੂੰ ਨਹੀਂ ਆਉਣਾ, ਯਾਨੀ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ ਕਿ 11 ਦਾ ਮਲਟੀਪਲ ਆਊਗਾ। ਓਬਵੀਅਸਲੀ ਗੱਲ ਹੈ, ਜੇ ਸ਼ੁਰੂ ਤੋਂ ਵੀ ਤੁਸੀਂ ਕੱਢ ਸਕਦੇ ਸੀ ਕਿ ਫਾਈਂਡ ਦਾ ਵੋਲਿਊਮ, ਵੋਲਿਊਮ ਦੇ ਵਿੱਚ ਪਾਈ ਨੇ ਤਾਂ ਆਉਣਾ ਹੀ ਆਉਣਾ। ਪਾਈ ਦਾ ਮਤਲਬ 22/7, 22 ਦਾ ਮਤਲਬ 11, ਤਾਂ 11 ਦਾ ਮਲਟੀਪਲ ਤਾਂ ਹੋਊਗਾ ਹੀ ਹੋਊਗਾ। ਮੈਂ ਸਿੱਧਾ ਹੀ ਦੇਖ ਲੈਣਾ, 8 ਤੇ 3 11, ਇਹ ਨਹੀਂ ਬਣਦਾ 11 ਦਾ ਮਲਟੀਪਲ। 7 ਤੇ 3 10, 11 ਦਾ ਮਲਟੀਪਲ ਨਹੀਂ ਬਣਦਾ। 3 ਤੇ 6 9, 9 ਚ 5 ਘਟਾ ਦਿਓ ਨਹੀਂ ਬਣਦਾ, ਤੇ 3 ਤੇ 2 5, 5 ਚ 5 ਘਟਾ ਦਿਓ ਆਹੀ ਬਣਦਾਗਾ। ਇੱਕੋ ਹੀ ਇੱਕ ਆ ਜਿਹੜਾ 11 ਦਾ ਮਲਟੀਪਲ ਪਿਆ। ਮੈਂ ਪਹਿਲਾਂ ਵਾਲਾ ਪੇਪਰ ਵੀ ਜਿਹੜਾ ਸੋਲਵ ਕਰਵਾਇਆ ਗਾ ਪਟਵਾਰੀ ਵਾਲਾ ਮੇਨਜ਼ ਦਾ, ਉਹ ਵੀ ਲੈਂਥੀ ਕਹਿੰਦੇ ਸੀ ਕਿ ਉਹਦੇ ਵਿੱਚ ਵੀ ਮੈਂ ਦੱਸਿਆ ਸੀ ਤਰੀਕੇ ਕਿ ਕੁਐਸਚਨਾਂ ਨੂੰ ਕਰਨ ਦੇ ਤਰੀਕੇ ਕੀ ਹੁੰਦੇ ਆ। ਸੋ ਮੇਰੇ ਹਿਸਾਬ ਦੇ ਨਾਲ ਜਦੋਂ ਤੁਹਾਨੂੰ ਫਾਰਮੂਲਾ ਵੀ ਨਹੀਂ ਪਤਾ, ਤੁਹਾਨੂੰ ਇਹ ਜ਼ਰੂਰ ਪਤਾ ਹੈਗਾ ਵੋਲਿਊਮ ਦੇ ਵਿੱਚ ਪਾਈ ਹੁੰਦਾ, ਪਾਈ ਦਾ ਮਤਲਬ 11 ਦਾ ਮਲਟੀਪਲ ਹੈ। ਮੈਂਸੂਰੇਸ਼ਨ ਦੇ ਵਿੱਚ ਅੱਧੇ ਕੁਐਸਚਨ ਆਈ ਨਿਕਲ ਜਾਂਦੇ ਆ ਵੀ 11 ਦਾ ਮਲਟੀਪਲ ਆ, ਤੁਸੀਂ ਆਪਸ਼ਨ ਦੇਖ ਲਿਆ ਕਰੋ ਵੀ 11 ਦਾ ਮਲਟੀਪਲ ਆ, ਆਨਸਰ ਲਾ ਦਿਓ। ਪਰ ਤਰੀਕਾ ਹੁੰਦਾ, ਹਰੇਕ ਕੁਐਸਚਨ ਦੇ ਵਿੱਚ ਉਹ ਚੀਜ਼ ਕਾਮਯਾਬ ਤੁਸੀਂ ਨਹੀਂ ਹੋ ਸਕਦੇ, ਪ੍ਰੈਕਟਿਸ ਹੋਣੀ ਚਾਹੀਦੀ ਹੈ। ਰਾਈਟ, ਸੋ ਆਨਸਰ ਹੋ ਗਿਆ ਭਾਈ ਪਹਿਲਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲਾ। ਅੱਛਾ, ਆਹ ਕੁਐਸਚਨ ਵੀ ਇਹੋ ਜਿਹੇ ਕੁਐਸਚਨ ਮੈਂ ਕਰਵਾਏ ਆ ਬੋਰਡ ਮਾਸ ਵਾਲੇ, ਤੇ ਮੈਂ ਉਹਦੇ ਵਿੱਚ ਤੁਹਾਨੂੰ ਇੱਕੋ ਹੀ ਤਰੀਕਾ ਦੱਸਿਆ ਕਿ ਬ੍ਰੈਕਟ ਜਿੱਥੇ ਸਭ ਤੋਂ ਪਹਿਲਾਂ ਬੋਰਡ ਮਾਸ ਨੂੰ ਤੁਸੀਂ ਲਾਲਚ ਨਹੀਂ ਕਰਨਾ ਇਹਦੇ ਵਿੱਚ ਵੀ ਆਪਾਂ ਕੋਈ ਨਾ ਲਾਲਚ ਕਰ ਜਾਂਦੇ ਵੀ ਕਿ ਸੌਖਾ ਹੀ ਹੈ, ਸ਼ੁਰੂ ਤੋਂ ਹੀ ਆਪਾਂ ਨੂੰ ਸੋਲਵ ਕਰਨ ਲੱਗ ਗਏ ਨੇ। ਪਹਿਲੀ ਗੱਲ ਪਿੱਛੋਂ ਲੱਗੋ ਤੇ ਸਭ ਤੋਂ ਪਹਿਲਾਂ ਬ੍ਰੈਕਟ ਲੱਭੋ। ਰਾਈਟ ਆ, ਤਾਂ ਪਿਛਲੀ ਬ੍ਰੈਕਟ ਆਹ ਪਈ ਹੈ ਤੇ ਆਹ ਹੋ ਗਿਆ ਤੁਹਾਡਾ
ਹੁਣ ਬॉडी ਮਾਸ ਜੇਕਰ ਦੇਖਾਂਗੇ ਤਾਂ ਇਹਦੇ ਵਿੱਚ ਤੁਹਾਡਾ ਡਿਵਾਈਡ ਪਹਿਲਾਂ ਆਊਗਾ, ਰਾਈਟ ਹੈ। ਤਾਂ ਆਹ 30 ਨਾਲ ਆਹ ਤੁਹਾਡਾ ਕੱਟਿਆ ਗਿਆ, 1 ਰਹਿ ਗਿਆ, ਰਾਈਟ ਹੈ। ਤੇ 30 ਉਦੋਂ ਬਾਅਦ ਇੰਟੂ ਆ ਗਿਆ, 30 ਇੰਟੂ 1 ਹੈ ਤੇ ਫਿਰ ਪਲੱਸ 30 ਹੈ, ਰਾਈਟ ਹੈ। ਯਾਨੀ ਆਹ 30 ਬਣ ਗਿਆ, ਆਹ 30 ਬਣ ਗਿਆ, ਯਾਨੀ ਇਹ 60 ਬਣ ਗਿਆ, ਰਾਈਟ ਹੈ। ਹੁਣ ਆਹ ਇੱਥੋਂ ਤੱਕ ਸੋਲਵ ਹੋ ਗਿਆ, ਇਹ ਤੁਹਾਡਾ 60 ਬਣ ਗਿਆ। ਇਸ ਤੋਂ ਬਾਅਦ ਡਿਵਾਈਡ ਹੈ ਇੱਥੇ, ਠੀਕ ਹੈ। ਹੁਣ ਇਹਨੂੰ ਸੋਲਵ ਕਰ ਲਓ, ਇੱਥੇ ਵੀ ਆਹ 30 ਨਾਲ 30 ਕੱਟਿਆ ਗਿਆ, 30 ਇੰਟੂ 1 ਆ ਗਿਆ, 30 ਇੰਟੂ 1 ਆ ਗਿਆ, ਤੇ ਇੱਥੇ ਵੀ ਆਹ 30 ਪਿਆ, 30 ਪਲੱਸ 30 30 60 ਹੋ ਗਿਆ। ਤਾਂ 60 ਵਟਾ 60 ਯਾਨੀ ਕੀ ਬਣ ਗਿਆ ਤੁਹਾਡਾ, ਇਹ 1 ਬਣ ਗਿਆ, ਰਾਈਟ। ਜੇ ਕਿਸੇ ਨੂੰ ਨਹੀਂ ਇਹ ਰਕਮ ਦਿਖ ਰਹੀ ਤਾਂ ਮੈਂ ਇੱਥੇ ਲਿਖ ਦਿੰਦਾ, ਆਪੇ ਸੋਲਵ ਕਰ ਲਿਓ, ਰਾਈਟ ਹੈ। ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਰਕਮ ਦਿੱਤੀ ਹੋਈ ਹੈ। ਇਸ ਤੋਂ ਬਾਅਦ ਫੇਰ ਬ੍ਰੈਕਟ, ठीक है। इनू सॉल्व कर लियो, आंसर आ जाऊगा, सौखा ही सौखा है, ठीक है। आ 1 कट्टा जाऊगा, 30 रह जाऊगा, 30 इंटू 1 आ जाऊगा, 60 आ गया, आ भी 60 हो जाऊगा, ठीक है। सो इन्हें सॉल्व कर लो, 1 आंसर आ गया। इस तो बाद वाला जो क्वेश्चन है भाई वो की है, कहता इन कवरिंग दिख रहा, ठीक है। कहता मैं थोड़ा जिहा वड्डा करने की कोशिश करदा, जे हो जे तो थोड़ा जा फिर स्क्रीन तो ही बाहर चले जाओ एक्चुअली। चलो देखते हैं, पढ़दा मैं। कहता इन कवरिंग ऑफ डिस्टेंस ऑफ 60 किलोमीटर, 60 किलोमीटर की दूरी है, यानी अपने डिस्टेंस दे रखी है 60 किलोमीटर की दूरी। अबे आ जिहड़ा कहंदा ओह कहंदा 2 घंटे ज़्यादा लैंदा समीर तो। अबे आ जिहड़ा अबे आ जिहड़ा कहंदा ओह 2 घंटे ज़्यादा लैंदा, 2 घंटे ज़्यादा लैंदा किस तो, समीर तो ज़्यादा लैंदा। कहंदा जेकर अबे अपनी स्पीड नूं, जेकर अबे अपनी स्पीड नूं डबल कर दे, जेकर अबे अपनी स्पीड नूं डबल कर दे तो हुण कहंदा उहनूं 1 घंटा घट लगदा समीर तो, तो अबे की स्पीड कितनी है, राइट है। सो बहुत सौखा गा, ऑप्शनां तो ही कर लेंदे तो इदों वधिया क्वेश्चन हो ही नहीं सकता। किवें देखो, सीधी जी गल है, जेकर तुसीं पहला ऑप्शन चक्को, पहला ऑप्शन 10 किलोमीटर चक्या कि जे 10 किलोमीटर की दूरी नाल अबे तय कर रहा है तो उन्होंने किन्ने घंटे लगते हैं, 6 घंटे लगते हैं, राइट है। हुण 6 घंटे लगते हैं तो शुरू के आपां नूं दिता होया कि जेकर उहदी स्पीड जिन्नी भी हैगी आ अबे दी, तो उन्होंने 2 घंटे ज़्यादा लगते समीर तो, यानी समीर नूं 4 घंटे लगते होणगे, जे इहनूं 6 घंटे लगते हैं तो समीर नूं 4 घंटे लगते हैं, राइट है। हुण कहंदा जेकर अबे अपनी स्पीड नूं डबल कर लवे, यानी 10 किलोमीटर की थां ते उहने स्पीड नूं 20 करता, तो जेकर 20 कर दे यानी डबल कर दे तो उन्होंने 1 घंटा घट लगता समीर तो की है 1 घंटा घट लग रहा है, राइट है। सो पहला 4 घंटे 3 च करदा, ठीक है। सो 1 घंटा घट लगता, सो यही आंसर सीगा। सो सीधा ऑप्शन तो, ठीक है। सो तरीके होने चाहिए सॉल्व करने दे। राखी एंड राजी, राखी ते राजी है कहते भी कैन टुगैदर वर्क इन 8 आवर, कट्ठे करते हैं, राखी होगी तुहाडी आह ते आह होगी राजी, राइट है। कट्ठे काम करते तो 8 घंटे च काम कर लेंदे आ, ते जिहड़ी राखी है कहंदी जेकर कल्ली काम करे तो वह 10 घंटे च करदी है। तो दसो कहंदा राजी कल्ली किन्ने च करूगी, दसो ये क्वेश्चन दे विच की सीगा, तो 40 आ 8 5 आ 10 चौका, ठीक है। तो दोनों मिल के जेकर ये 5 काम करते हैं, ਇਹਦੇ ਵਿੱਚੋਂ ਕੱਲੀ ਰਾਖੀ है ਜਿਹੜੀ ਉਹ 1 ਘੰਟੇ 'ਚ 4 ਕੰਮ ਕਰਦੀ ਹੈ, ਤੇ ਇਹਦਾ ਮਤਲਬ ਜਿਹੜੀ ਰਾਜੀ ਉਹ 1 ਘੰਟੇ 'ਚ 1 ਕੰਮ ਕਰਦੀ ਹੋਊਗੀ, ਤੇ ਜੇਕਰ 40 ਕੰਮ ਹੈ ਤਾਂ ਫਿਰ ਕਿੰਨੇ ਘੰਟੇ 'ਚ 40 ਘੰਟੇ 'ਚ ਕਰੂਗੀ, ਰਾਈਟ। ਜੇਕਰ 1 ਘੰਟੇ 'ਚ 1 ਕਰਦੀ ਹੈ ਤਾਂ 40 ਘੰਟੇ ਆਨਸਰ ਆ ਗਿਆ, ਠੀਕ ਹੈ। ਇਸ ਤੋਂ ਬਾਅਦ ਅੱਗੇ ਕਹਿੰਦਾ ਇੱਕ ਹੋਸਟਲ ਦੇ ਵਿੱਚ ਹੋਸਟਲ ਪ੍ਰੋਵੀਜ਼ਨ ਇਜ਼ ਸਫੀਸ਼ੀਐਂਟ ਫॉर 150 ਹੋਸਟਲਰਸ ਫॉर 45 डेज़। ये क्वेश्चन भी मैं कराया है, राइट है। भी 150 होस्टलर्स है, उन्होंने 45 दिनों वास्ते सफिशेंट खाना पिया, जो भी कुछ कह सकते हो, ठीक है। यानी कि 150 होस्टलों वास्ते 45 दिनों का सफिशेंट खाना वगैरह पिया, राइट है। आफ्टर 10 डेज़ 10 दिनों बाद 25 होस्टलर्स लीव द होस्टल, यानी 25 जाने होस्टल नूं छड्ड के चले जाते हैं, यानी कि 10 दिनों बाद 25 जाने जेकर छड्ड जाते तो 10 दिन तो इन्हां ने 150 जाने ने काम किया, जो भी जां सफिशेंट जो भी खाना खादा। जे 150 बंदियां वास्ते 45 दिनों का खाना पिया तो 10 दिनों बाद वो 25 जाने छड्ड के चले गए, तो 150 जाने ने 10 दिन तो खादा ही, 10 दिनों बाद गए, 10 दिन तो उन्होंने खादा ही खादा, यानी कि 150 बंदियां ने 150 बंदियां वास्ते 45 दिनों का खाना पिया, 150 बंदे 10 दिन तक खा के गए, उदों बाद 25 जाने छड्ड गए, यानी जो 25 जाने छड्ड गए यानी किन्ने रह गए 125 रह गए। अच्छा दिन किन्ने रह गए, दिन किन्ने रह गए, दिन हुण 10 दिनों का तो खा गए, हुण यानी 35 दिनों वास्ते ही रह गया, यानी कि हुण 125 जाने वास्ते 35 दिनों का रह गया खाना, राइट है। पर इत्थे जेकर गल आपां क्लीयर करनी होवे भी एक्चुअल दे विच की खाना है जिहड़ा 35 दिनों का पिया, की खाना जिहड़ा है 35 दिनों का पिया, की यह 125 वास्ते पिया सीगा ना, यह 150 वास्ते पिया सी। ਉਹ ਤਾਂ ਕੀ ਹੋ ਗਿਆ ਕਿ ਇਹਨੇ 150 ਵਿੱਚੋਂ
चले गए 25 जाने, यानी कि ਜਿਹੜਾ ਆਹ 35 ਦਿਨਾਂ ਦਾ ਖਾਣਾ 45 ਚੋਂ 10 ਕੱਢ ਤੇ 150 ਰਹਿ ਗਿਆ, यानी 150 ਜਣਿਆਂ ਦਾ ਖਾਣਾ ਬਚਿਆ ਪਿਆ 35 ਦਿਨਾਂ ਵਾਸਤੇ। पर बंदे किन्ने रह गए, बंदे तां जी 25 चले गए, बंदे तां 125 रह गए। हुण 125 किन्ने दिनां च खाणगे, 125 किन्ने दिनां च खाणगे, तां 25 छिका 150, 25 5 5 7 35 6 7 42, सो 42 ਇਹਦਾ ਆਨਸਰ ਆ ਗਿਆ। समझ लगी। सो एज इट इज़ क्वेश्चन 4-5 ਇਹੋ ਜਿਹੇ ਟਾਈਪਾਂ ਕਰਾਈਆਂ ਹੋਈਆਂ ਜਿਹਦੇ ਵਿੱਚ ਕੰਟਰੈਕਟਰ ਦੀ ਗੱਲ ਹੁੰਦੀ ਹੈ ਵੀ ਇੱਕ ਸੜਕ ਦਿੱਤੀ ਹੈ ਬਣਾਉਣ ਵਾਸਤੇ ਇੰਨੇ ਦਿਨਾਂ ਦੇ ਵਿੱਚ ਔਨ ਟਾਈਮ ਇਨ ਟਾਈਮ ਬਥੇਰਾ ਕੁਝ ਕਰਾਇਆ ਹੋਇਆ ਮੈਂ ਇਹਦੇ ਵਿੱਚ, ਠੀਕ ਹੈ। ਸੋ 150 ਜਾਣਾ ਦਾ 45 ਦਿਨਾਂ ਦਾ ਖਾਣਾ ਪਿਆ ਸੀਗਾ, ਠੀਕ ਹੈ। 150 ਜਾਣੇ 10 ਦਿਨ ਪੂਰਾ ਖਾਦਾ ਉਹਨਾਂ ਨੇ, ਠੀਕ ਹੈ। ਉਸ ਤੋਂ ਬਾਅਦ ਚਲੇ ਗਏ, ਯਾਨੀ ਜਿਹੜਾ ਬਚਿਆ ਗਾ ਉਹ 150 ਦਾ 35 ਦਿਨਾਂ ਦਾ ਬਚਿਆ, ਪਰ ਇਹ ਬਚਿਆ ਹੋਇਆ ਜਿਹੜਾ 150 ਦਾ 35 ਦਿਨਾਂ ਵਾਸਤੇ ਇਹ ਖਾਣਾ ਤਾਂ ਹੁਣ 125 ਜਾਣੇ ਨੇ। 125 ਕਿੰਨੇ ਦਿਨਾਂ ਤੱਕ ਖਾਣਗੇ, ਆਨਸਰ ਆ ਗਿਆ ਤੁਹਾਡੇ ਸਾਹਮਣੇ। 60% ਕਹਿੰਦਾ ਇਨਕਰੀਜ਼ ਹੋ ਜਾਂਦੀ ਹੈ, 60% ਇਨਕਰੀਜ਼ ਹੋ ਜਾਂਦੀ ਹੈ ਅਮਾਊਂਟ 5 ਸਾਲਾਂ ਦੇ ਵਿੱਚ ਐਟ ਸਿੰਪਲ ਇੰਟਰਸਟ। ਸਿੰਪਲ ਇੰਟਰਸਟ ਦੇ ਵਿੱਚ ਜਿਹੜਾ ਇਨਕਰੀਮੈਂਟ ਹੁੰਦਾ ਯਾਨੀ ਰੇਟ ਆਫ ਇੰਟਰਸਟ ਹੁੰਦਾ ਹਰ ਸਾਲ ਸੇਮ ਹੀ ਹੁੰਦਾ, ਕੰਪਾਊਂਡ ਇੰਟਰਸਟ ਤਾਂ ਹੁੰਦਾ ਹੀ ਨਹੀਂ। ਕੰਪਾਊਂਡ ਇੰਟਰਸਟ ਦੇ ਵਿੱਚ ਕੀ ਹੁੰਦਾ, ਇੰਟਰਸਟ ਦੇ ਉੱਤੇ ਇੰਟਰਸਟ ਲੱਗਦਾ, ਬਟ ਸਿੰਪਲ ਇੰਟਰਸਟ ਦੇ ਵਿੱਚ ਉਹੀ ਇੰਟਰਸਟ ਰਹਿੰਦਾ। यानी जेकर 5 साल तक 60% इनक्रीज़ हो गया तो हर साल कितना इनक्रीज़ होंदा गा 12 5 60, यानी 12% ਉਹਦਾ रेट आ गया हर साल 12%, यानी कि इंक्रीमेंट होंदा 12% रेट आ गया, ठीक है। कहता वट विल बी द कंपाउंड इंटरस्ट दसना गा 14,000 ते कंपाउंड इंटरस्ट दसना गा 3 साल वास्ते। 3 साल वास्ते जेकर रेट ऑफ इंटरस्ट सेम हो यानी 12% हो, यानी कि 12% हो, आही है कि यानी कि 12% 14,000 ਤੇ ना 14,000, ठीक है। तो 14,000 ਤੇ कहना दसना गा वट विल द कंपाउंड इंटरस्ट 14,000 3 साल वास्ते जेकर सेम रेट ऑफ इंटरस्ट हो, गल खत्म है, राइट। सो सौखा ये तो कुछ भी नहीं है। चलो आप कर लेने भाई, तो 12% 14,000 का की आऊगा, तो 14 12 बारी 144, 12 दूना 24, 168 आ जाऊगा, यानी कि यह आ जाऊगा मेरे हिसाब के नाल 0 हाँ 1680 आ गया। तो 1680 पहले साल, 1680 दूसरे साल, 1680 तीसरे साल, जेकर यह सिंपल इंटरस्ट हो, जेकर यह सिंपल इंटरस्ट हो, पर तो कंपाउंड इंटरस्ट है यानी 1680 ते दूसरे साल 12% होर लगूगा। हुण जे 1680 ते मैं 12% दूसरे साल लावां, 1680 ते 12% मैं दूसरे साल लावां तो यह पॉइंटां दे विच आ जाऊगा। चलो इत्थे मतलब इन्होंने गेम खेडी हुई है अप्रोक्सीमेट वाली, चलो कोई ना। हुण देखो तुहानूं इत्थे आइडिया हो गया कि 1680 आ गया। इस तो बाद 1680 ते कंपाउंड इंटरस्ट करके होर 12% पऊगा, इंटरस्ट ते इंटरस्ट पऊगा, तो 1680 ते 12% जो लावोगे तो पॉइंटां दे विच आ जाऊगा। फिर आपां जो इहनूं करके 2 साल वाले नूं जोड़ांगे, फिर इहदे ते तीसरे साल ते 12% लगूगा इंटरस्ट ते इंटरस्ट, फिर ये होर पॉइंटां च आ जाऊगा, पर आंसर तो पॉइंटां च है ही नहीं। यानी अप्रोक्सीमेट वाली गेम खेडी हुई है, तो अप्रोक्सीमेट वाली गेम आपां खेड दिंदे आ। देखो ध्यान दे नाल, जेकर सिंपल इंटरस्ट होंदा कंपाउंड इंटरस्ट ना होंदा तो सिंपल इंटरस्ट के नाल 1680 आउंदा कि ना आउंदा, हाँ जी आउंदा। यानी 3 साल 1600 1600 1600 16 ती 48 80 80 80 80 ती 240, यानी कि 4800 तो सीधा तो 240 ये जोड़ो, यानी यह 5040 तो डायरैक्ट बन गया। अच्छा फिर इंटरस्ट ते भी इंटरस्ट पैना सी, इत्थे भी कुछ आउणा सी, फिर इन्हां दोनों ते भी कुछ आउणा सी, राइट। ਤਾਂ ਕਹਿਣ ਦਾ मतलब ਕੀ ਆ 5040 ਤੇ बहुत सिंपल ਜਿਹਾ ਮੈਨੂੰ ਲੱਗ ਰਿਹਾ भी आंसर ਤਾਂ ਹੁਣ ਸਾਹਮਣੇ भी ਪਿਆ ਆਪਣੇ, खैर ठीक है। सो ਆਹੀ आंसर ਬਣਦਾ ਗਾ, यानी अप्रोक्सीमेट है। ਕਿੰਨਾ ਕੁੱਤੇ ਜਾਵੜੋਗੇ ਤੁਸੀਂ ਜੇ 1600 ਇਹ ਕਿੰਨਾ ਬਣ ਗਿਆ 1600 ਦਾ ਤੁਸੀਂ 10% ਵੀ ਮੰਨ ਸਕਦੇ ਹੋ। ਜੇ 10% ਵੀ ਮੰਨੀਏ, ਮੰਨ ਲਓ ਮੈਂ 1680 ਦਾ 10% ਹੀ ਮੰਨਣਾ, 1680 ਦਾ 10% ਮੰਨ ਲਓ ਤੇ 12% ਕੱਢੋ ਹੀ ਨਾ, ਮੰਨ ਲਓ ਇੱਥੇ 168 ਆ ਗਿਆ ਵੱਧ ਤੋਂ ਵੱਧ, ठीक है। 1680 1600 3200 ਤੇ 80 80 160 3360 3360 ਤੇ 150 ਹੋਰ ਜੋੜ ਲਓ, ठीक है। 40 ਜੋੜ ਲਓ ਪਹਿਲਾਂ 3400 ਹੋ ਗਿਆ, ਵੱਧ ਤੋਂ ਵੱਧ 3500 ਮੰਨ ਲਓ, 3500 ਤੇ 10% 350 ਹੋਰ ਆ ਗਿਆ, 350 ਮੰਨ ਲਓ ਹੋਰ ਆ ਗਿਆ, ठीक है। 350 ਤੇ 150 500 518 यानी 520 ਹੋਰ ਵੱਧਦਾ, ਜਿਹਦੇ ਵਿੱਚ ਮੈਂ 520 ਹੋਰ ਜੋੜਦਾ, 520 ਹੋਰ ਜੋੜਦਾ ਤੇ ਕਿੰਨਾ ਬਣਦਾ 55 60 ਬਣਦਾ, ठीक है ना। आ देख लो 56 69 मतलब थोड़ा जिहा उत्ते ਜਿਹੜੇ ਆਪਾਂ ਪੁਆਇੰਟ ਛੱਡਤੇ, ਕਿਉਂਕਿ ਮੈਂ ਮੰਨਿਆ ਵੀ ਤਾਂ 10% ਹੈ ਨਾ, ਹੈਗਾ ਤਾਂ 12% ਹੈ, ਤਾਂ 12% ਦੇ ਨਾਲ ਉਨਾ ਕੁ ਵੱਧ ਵੀ ਜਾਊਗਾ, ਤਾਂ 56 69 ਦਾ ਆਨਸਰ ਆ ਗਿਆ, ठीक है ना। सो ਇਹ ਅੰਦਾਜ਼ੇ ਆ ਬੇਸਿਕਲੀ, ਇਸ ਤਰੀਕੇ ਦੇ ਨਾਲ ਕੁਐਸਚਨਾਂ ਨੂੰ ਕਰਨਾ ਹੁੰਦਾ, ਕੱਲਾ ਪੁਆਇੰਟ ਕੱਢ ਕੇ ਕਾਫੀ ਜਾਣੇ ਇਸ ਬੰਦੇ ਨੂੰ ਇਸ ਕੁਐਸਚਨ ਨੂੰ ਛੱਡ ਕੇ ਆ ਗਏ ਹੋਣਗੇ ਵੀ ਕੁਐਸਚਨ ਹੀ ਗਲਤ ਹੋ ਗਿਆ।
ਰਾਈਟ। ਆਪਾਂ ਅਪਰੋਕਸੀਮੇਟ ਦੇ ਵਿੱਚ ਗੇਮ ਖੇਡੀ ਕਿਉਂਕਿ ਆਪਾਂ ਨੂੰ ਸਾਫ਼-ਸਾਫ਼ ਹੀ ਪਤਾ ਲੱਗੀ ਜਾਂਦਾ ਕਿ ਇਹ ਪੁਆਇੰਟਾਂ ਦੇ ਵਿੱਚ ਹੈ, ਠੀਕ ਹੈ ਨਾ। ਸੋ ਇਹਦਾ ਆਨਸਰ ਆ ਗਿਆ ਚੌਥਾ। ਕਹਿੰਦਾ ਕੰਪਾਊਂਡ ਇੰਟਰਸਟ ਔਨ ए ਸਰਟੇਨ ਸਮ 2 years 10% ਪਰ ਐਨਮ ਇਜ਼ 546, ਠੀਕ ਹੈ। ਇਸ ਤੋਂ ਬਾਅਦ ਕਹਿੰਦਾ ਸਿੰਪਲ ਇੰਟਰਸਟ ਔਨ ਦਾ ਸੇਮ ਸਮ ਫॉर ਦਾ ਡਬਲ ਦਾ ਟਾਈਮ ਐਟ ਦਾ ਹਾਫ ਰੇਟ ਆਫ ਪਰ ਐਨਮ। ਕੁਐਸਚਨ ਦੇ ਵਿੱਚ ਕੁਝ ਨਹੀਂ ਹੈਗਾ, ਐਜ਼ ਇਟ ਇਜ਼ ਕੁਐਸਚਨ ਆਪਾਂ ਕੀਤੇ ਹੋਇਆ। ਧਿਆਨ ਦੇ ਨਾਲ 2 ਸਾਲਾਂ ਵਾਸਤੇ 10% ਆ, 2 ਸਾਲਾਂ ਵਾਸਤੇ 10% ਆ ਤੇ ਹੈ ਕੀ ਆ, ਕੰਪਾਊਂਡ ਇੰਟਰਸਟ ਆ। ਕੰਪਾਊਂਡ ਇੰਟਰਸਟ ਦਾ ਮਤਲਬ ਇੰਟਰਸਟ ਤੇ ਇੰਟਰਸਟ ਲੱਗੂਗਾ, ਯਾਨੀ ਇਹ 10 + 10 20 ਤੇ +1 21 ਆ ਜਾਊਗਾ। ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਆਪਾਂ ਸਿੱਧਾ ਕੱਢ ਲੈਂਦੇ ਆ। ਦੇਖੋ ਮੈਂ ਕਿਹਾ ਸੀਗਾ ਕਿ ਜੇਕਰ 10% ਪਰ ਐਨਮ 2 ਸਾਲਾਂ ਵਾਸਤੇ ਦਿੱਤਾ ਹੋਇਆ ਤਾਂ ਤੁਸੀਂ ਪ੍ਰਿੰਸੀਪਲ ਮੰਨ ਸਕਦੇ ਹੋ। ਪ੍ਰਿੰਸੀਪਲ ਕਿਵੇਂ, 1/10 ਆ, 2 ਸਾਲ ਆ ਤਾਂ ਇਹਨੂੰ ਸਕੁਅਰ ਕਰ ਦਿਓ, ਤਾਂ ਮੈਂ ਪ੍ਰਿੰਸੀਪਲ 100 ਮੰਨ ਲਿਆ। ਤਾਂ 1/10 10%, 10% ਇਹਦੇ ਲੱਗ ਗਏ, ਯਾਨੀ 10 ਇੱਧਰ ਆ ਗਏ, 10 ਇੱਧਰ ਆ ਗਏ, ਆਹ ਆ ਗਏ, ਰਾਈਟ ਹੈ ਨਾ। ਯਾਨੀ ਆਹ ਤੁਹਾਡਾ ਜਿਹੜਾ ਕੰਪਾਊਂਡ ਇੰਟਰਸਟ ਕਿੰਨਾ ਬਣ ਗਿਆ, 21 ਬਣ ਗਿਆ। ਤੇ ਮੈਂ ਉਹੀ ਕਿਹਾ ਸੀਗਾ 10 ਬਣ ਗਿਆ ਪਹਿਲੇ ਸਾਲ, 10 ਬਣ ਗਿਆ ਦੂਸਰੇ ਸਾਲ ਸਿੰਪਲ ਇੰਟਰਸਟ, 10 ਤੇ ਵੀ 10%, 10 ਦਾ 10% 1 ਆਊਗਾ, 10 10 20 ਤੇ 1 21, ਉਹੀ ਕੁਛ ਇੱਥੇ ਹੈ, ਠੀਕ ਹੈ। ਵਰਬਲੀ ਵੀ ਕਰ ਸਕਦੇ ਸੀ। ਚਲੋ ਤਾਂ ਯਾਨੀ ਆਹ ਜਿਹੜਾ 21 ਆ ਤੁਹਾਡਾ ਕੰਪਾਊਂਡ ਇੰਟਰਸਟ 21 ਆ ਜਿਹੜਾ, ਇਹ 21 ਬਰਾਬਰ ਕਿਹਦੇ ਆ ਗਿਆ, 546 ਦੇ। ਇਹ 21 ਬਰਾਬਰ ਆਪਾਂ ਨੂੰ ਕੰਪਾਊਂਡ ਇੰਟਰਸਟ 546 ਦੇ ਬਰਾਬਰ ਦੇ ਰੱਖਿਆ, ਐਜ਼ ਇਟ ਇਜ਼ ਕੁਐਸਚਨ ਸੇਮ ਕੀਤੇ ਹੋਇਆ। 21 546 ਆ ਗਿਆ। ਆਪਾਂ ਕੀ ਕੱਢਣਾਗਾ, ਆਪਾਂ ਇੱਕ ਵਾਰੀ ਪ੍ਰਿੰਸੀਪਲ ਕੱਢ ਲੈਣੇ। ਪ੍ਰਿੰਸੀਪਲ ਆਪਾਂ ਮੂਲਧਨ ਕਿੰਨਾ ਮੰਨਿਆ, 100 ਮੰਨਿਆ, ਤਾਂ 100 ਕੱਢ ਲਓ ਭਾਈ ਕਿੰਨਾ ਆਊਗਾ। ਤਾਂ 100 ਜੇਕਰ 546 ਵਟਾ 21 ਗੁਣਾ 100 ਯਾਨੀ ਆ ਜਾਊਗਾ ਇੱਥੇ, ਤੇ ਇਹ ਕਿੰਨਾ ਆ ਗਿਆ ਤੁਹਾਡਾ 21 ਦੂਣਾ 42, 21 ਦੂਣਾ 42 ਤੇ 21 ਛਿਕਾ 2600 ਆ ਗਿਆ। ਯਾਨੀ ਜਿਹੜਾ ਮੂਲਧਨ ਆ ਤੁਹਾਡਾ ਉਹ 2600 ਆ ਗਿਆ। ਹੁਣ ਇਹ ਕਹਿੰਦਾ ਵੀ ਦਾ ਸਿੰਪਲ ਇੰਟਰਸਟ ਕੱਢਣਾਗਾ ਔਨ ਦਾ ਸੇਮ ਸਮ, ਯਾਨੀ 2600 ਤੇ ਆਪਾਂ ਮੂਲਧਨ ਕੱਢਣਾਗਾ ਜੇਕਰ ਟਾਈਮ ਡਬਲ ਹੋ ਜੇ। ਟਾਈਮ ਪਹਿਲਾਂ 2 ਸਾਲ ਸੀਗਾ ਤਾਂ ਆਪਾਂ ਹੁਣ 4 ਕਰਤਾ। ਰੇਟ ਆ ਕਹਿੰਦਾ ਉਹ ਹਾਫ ਹੋ ਜੇ, ਜੇਕਰ 10% ਹੀ ਤਾਂ ਆਪਾਂ 5 ਕਰਤਾ, ਯਾਨੀ ਆ ਗਿਆ ਇਹ ਤੁਹਾਡਾ ਵਟਾ 100। ਤਾਂ ਇੱਥੇ ਕੱਟ ਕਟਾ ਕੇ ਦੇਖ ਲਓ ਕਿੰਨਾ ਆ ਗਿਆ, 4 5 20 26, 26 ਨੂੰ ਕਰ ਦਿਓ 20 ਨਾਲ, ਯਾਨੀ 52 520 ਆਨਸਰ ਆ ਗਿਆ। 520 ਆਨਸਰ ਆ ਗਿਆ ਇਹਦਾ, 520 ਆਨਸਰ ਹੋਊਗਾ। ਕਹਿੰਦਾ ਇੱਕ ਮੈਟੈਲਿਕ ਕਿਊਬ ਹੈ, metallic cube of edge 4 centimeter weighs and 4 hectograms. What will be the length of each edge of another cube of the same metal if it weighs 32 hectograms? Basically ਜਿਹੜਾ ਆਹ ਤੁਹਾਨੂੰ ਕੀ ਕਹਿੰਦੇ ਹੁੰਦੇ ਆ 4 centimeter weighs ਆ 4 hectograms ਹੈ, ਇਹਨੂੰ ਤੁਸੀਂ ਵੋਲਿਊਮ ਕਹਿ ਸਕਦੇ ਹੋ, ਠੀਕ ਹੈ। ਇਹ ਮੈਂ ਮੰਨਦਾ ਕਿ ਹੈਕਟੋਗ੍ਰਾਮ ਪਹਿਲੀ ਵਾਰ ਸੁਣਿਆ ਹੋਊਗਾ, ਐਕਚੁਅਲ ਦੇ ਵਿੱਚ ਇਹ ਵੋਲਿਊਮ ਦਾ ਯੂਨਿਟ ਹੈ, ਰਾਈਟ ਹੈ। ਯਾਨੀ ਕਿ ਜੇਕਰ ਮੈਂ ਵੋਲਿਊਮ ਦੀ ਰੇਸ਼ੋ ਦੇਖਾਂ ਤਾਂ ਇੱਥੇ 4 ਹੈ, 4 ਹੈ, ਤੇ ਇੱਥੇ ਇਹਨੇ ਅਨਦਰ ਕਿਊਬ ਜਿਹੜਾ ਕਿਹਾ ਉਹਦਾ ਹੈਗਾ ਜਿਹੜਾ 32 ਹੈ, ਉਹਦਾ ਜਿਹੜਾ ਹੈਗਾ 32 ਹੈ। ਯਾਨੀ ਵੋਲਿਊਮ ਦੀ ਰੇਸ਼ੋ ਜਿਹੜੀ ਆ ਗਈ 4:32 ਆ ਗਈ। ਤੇ ਵੋਲਿਊਮ ਹਮੇਸ਼ਾ ਤੁਹਾਨੂੰ ਪਤਾ ਕਿਊਬ ਹੁੰਦਾ, ਵੋਲਿਊਮ ਹੈਕਟੋਗ੍ਰਾਮ ਬੇਸਿਕਲੀ ਕਿਊਬ ਹੈ। ਇਹ ਕਿਊਬ ਹੈ ਤਾਂ ਕਿਊਬ ਹੋਊਗਾ, ਕਿਊਬ ਦਾ ਮਤਲਬ 4 ਤੇ ਆਹ ਤੁਹਾਡਾ 32, ਇਹ ਕਿਊਬ ਦੇ ਵਿੱਚ ਆ। ਜੇ ਮੈਂ ਇਹਨੂੰ ਕੱਟ ਕਟਾ ਕੇ ਦੇਖਾਂ ਤਾਂ ਇਹ 1:8 ਆ ਗਿਆ। ਤੇ ਵੋਲਿਊਮ ਹਮੇਸ਼ਾ ਜੇਕਰ ਕਿਊਬ ਦੇ ਵਿੱਚ ਹੁੰਦਾ ਤਾਂ ਆਪਾਂ ਇਹਦੀ ਸਾਈਡ ਕੱਢ ਲੈਂਦੇ ਹਾਂ। ਕਿਊਬ ਦੀਆਂ ਹਮੇਸ਼ਾ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ। ਜਦੋਂ ਮੈਂ ਸਾਈਡ ਦੀ ਰੇਸ਼ੋ ਕੱਢੀ, ਸਾਈਡ ਦੀ ਰੇਸ਼ੋ ਕੱਢੂੰਗਾ ਤਾਂ ਇਹ ਕਿੰਨਾ ਆ ਜਾਊਗਾ, ਇਹਦਾ ਕਿਊਬ ਰੂਟ ਕਰ ਦਿਓ, ਕਿਊਬ ਰੂਟ ਕਰ ਦਿਓ ਤਾਂ ਇਹ ਕਿੰਨਾ ਆ ਜਾਊਗਾ 1:2 ਆ ਜਾਊਗਾ, 1:2 ਆ ਜਾਊਗਾ। ਸਾਈਡ ਦੀ ਰੇਸ਼ੋ 1:2 ਆ ਗਈ। ਜੇ ਮੈਂ ਇੱਥੋਂ ਵੋਲਿਊਮ ਕੱਢਣਾ ਹੋਵੇ ਤਾਂ ਮੈਂ ਕਿਊਬ ਕਰ ਦੂੰਗਾ, 1 ਦਾ ਕਿਊਬ ਕਰ ਦੂੰਗਾ 1 ਆ ਜਾਊਗਾ, 2 ਦਾ ਕਿਊਬ ਕਰ ਦੂੰ 8 ਆ ਜਾਊ, ਉਲਟਾ ਜਾਊ। ਤਾਂ ਵੋਲਿਊਮ ਤੋਂ ਸਾਈਡ ਕੱਢਿਆ ਤਾਂ 1:2 ਆ ਗਿਆ, ਰਾਈਟ ਆ। ਤੇ ਆਪਾਂ ਨੂੰ ਪਹਿਲੇ ਦਾ ਜਿਹੜਾ ਐਜ ਆ ਯਾਨੀ ਉਹ ਮੈਟੈਲਿਕ ਕਿਊਬ ਆਫ ਐਜ 4 ਸੈਂਟੀਮੀਟਰ ਵੇਜ ਦੇ ਰੱਖਿਆ, ਯਾਨੀ ਪਹਿਲਾ ਜਿਹੜਾ 1 ਬਰਾਬਰ ਆ ਉਹ 4 ਦੇ ਬਰਾਬਰ ਆ। ਤਾਂ ਆਪਾਂ ਨੂੰ ਦੂਸਰੇ ਦਾ ਪੁੱਛਿਆ ਹੈਗਾ, ਕਹਿੰਦਾ ਵਾਟ ਵਿਲ ਬੀ ਦ ਲੈਂਥ ਆਫ ਈਚ ਐਜ ਆਫ ਦ ਅਨਦਰ ਕਿਊਬ ਆਫ ਦ ਸੇਮ ਮੈਟਲ ਇਫ ਇਟ ਵੇਜ਼ 32 ਹੈਕਟੋਗ੍ਰਾਮਸ। ਯਾਨੀ ਆਪਾਂ ਨੂੰ ਪਹਿਲੇ ਦਾ ਜਿਹੜੀ ਲੈਂਥ ਦੇ ਰੱਖੀ ਆ ਉਹ ਕਿੰਨੀ ਦੇ ਰੱਖੀ ਆ, 4 ਦੇ ਰੱਖੀ ਆ। ਤਾਂ ਦੂਸਰੇ ਦੀ ਲੈਂਥ ਆਪਾਂ ਕੱਢਣੀ ਆ, ਤਾਂ ਦੂਸਰੇ ਦੀ ਜਿਹੜੀ ਲੈਂਥ ਆ ਗਈ ਉਹ 2, 1 ਬਰਾਬਰ ਜੇਕਰ 4 ਦੇ ਤਾਂ 2 ਬਰਾਬਰ ਕਿਹਦੇ ਹੋਊਗਾ, 2 ਚੌਕੇ 8, ਯਾਨੀ 8 ਆਨਸਰ ਆ ਜਾਊਗਾ। ਠੀਕ ਹੈ ਜਾਂ ਨਹੀਂ। ਤਾਂ 4 ਸੈਂਟੀਮੀਟਰ ਆਪਾਂ ਨੂੰ ਬੇਸਿਕਲੀ ਜਿਹੜੀ ਪਹਿਲੇ ਦੀ ਲੈਂਥ ਆ, ਦੂਸਰੇ ਦੀ ਆਪਾਂ ਲੈਂਥ ਕੱਢ ਲਈ। ਵੇਜ਼ ਹੈਕਟੋਗ੍ਰਾਮ ਦੇ ਵਿੱਚ ਹਮੇਸ਼ਾ ਵੋਲਿਊਮ ਦੇ ਵਿੱਚ ਹੁੰਦਾ ਹੈਗਾ। ਇਹ ਖਾਸ ਕਰਕੇ ਐਕਚੁਅਲ ਦੇ ਵਿੱਚ ਕਿੱਥੇ ਹੁੰਦਾ, ਇੱਕ ਗੋਲਡ ਦੀ ਪੱਤੀ ਤੋਂ ਕੁਐਸਚਨ ਹੁੰਦਾ ਵੀ ਗੋਲਡ ਦੀ ਪੱਤੀ ਨੂੰ ਕੁੱਟ ਕੇ ਉਹਨੂੰ ਆਹ ਫਲਾਣੇ ਰੇਸ਼ੋ ਦੇ ਵਿੱਚ ਵੰਡਾਇਆ, ਉਹਦਾ ਵੇਟ ਇੰਨਾ ਹੁੰਦਾ, ਤਾਂ ਉਸ ਤੋਂ ਬਾਅਦ ਉਹਦਾ ਵੇਟ ਡਿਸਟਰੀਬਿਊਟ ਕਰ ਦਿੱਤਾ ਗਿਆ ਤੇ ਕਿੰਨਾ ਲਾਸ ਹੋ ਗਿਆ। ਇੱਕ ਕੁਐਸਚਨ ਆਉਂਦਾ ਹੁੰਦਾ ਇਹੋ ਜਿਹੀ ਟਾਈਪ ਮੈਂ ਕਰਾਈ ਵੀ ਹੋਈ ਆ। ਬਸ ਇਹ ਹੈਕਟੋਗ੍ਰਾਮ ਕਰਕੇ ਸ਼ਾਇਦ ਮੇ ਵੀ ਤੁਸੀਂ ਉਲਝ ਗਏ ਹੋਵੋਗੇ। ਤੇ ਮੈਂ ਹਮੇਸ਼ਾ ਕਹਿੰਦਾ ਕਿ ਜੇਕਰ ਤੁਹਾਨੂੰ 2-4 ਕੁਐਸਚਨ ਛੱਡਣੇ ਵੀ ਪੈ ਗਏ ਤਾਂ ਐਕੂਰੇਸੀ ਮੈਟਰ ਕਰਦੀ ਆ। ਉਹਨਾਂ 4 ਕੁਐਸਚਨਾਂ ਕਰਕੇ ਆਪਾਂ ਬਾਕੀ ਪੇਪਰ ਨੂੰ ਖਰਾਬ ਕਰਦੇ ਹਾਂ, ਇਸ ਕਰਕੇ ਪ੍ਰੋਬਲਮ ਆਉਂਦੀ ਹੈ।
जे तुसीं बाकी क्वेश्चन देखो तो बाकी क्वेश्चन दे विच कुछ भी नहीं हैगा, राइट। तो चलो तो हुण आह क्वेश्चन करते हैं भाई आपां ध्यान दे नाल। पुछा कि है फाइंड द वैल्यू ऑफ ए प्लस बी इनटू सी ब्रैकेट दे विच हैगा डिवाइडेड तो उस तो बाद 1000 है, ठीक है। इन्हूं सॉल्व कर लेना, यानी पहले आपां ए दी वैल्यू कढीए। ए बराबर तुहानूं दित्ता होया जी ब्रैकेट दे विच 120 माइनस बी डिवाइडेड 4 एवें करके, ठीक है। तो यानी आह 4 5 आ गया तो 100 कितना आ गया 15 आ गया, यानी ए दी वैल्यू जिहड़ी आ गई वो तुहाडी कितनी आ गई 115 आ गई। हुण आपां बी दी वैल्यू कढ लैंदे, बी तुहानूं दित्ता होया जी आए करके ब्रैकेट दे विच फिर -20 है तो इनटू है तो फिर उस तो बाद -1 है तो फिर प्लस है तो फिर -28 है तो फिर डिवाइड है तो फिर इत्थे आगा, राइट। हुण आपां सॉल्व कर लेने, -20 नूं इहदे नाल कीता तां माइनस माइनस प्लस हो जाऊगा, यानी इत्थे 20 आ गया, ठीक है। प्लस हुण आह 7 चौका 28 बन गया, 7 चौका 28 बन गया, यानी माइनस का 4 आ गया। माइनस का 4 का मतलब इत्थे की आ जाऊगा तुहाडा 16 आ गई वैल्यू इहदी, है ना। तो इहदा मतलब इत्थे आ गई तुहाडी 16 वैल्यू, ठीक हो गया, वेरी गुड। इस तो बाद आप आ जाओ सी ते, सी की वैल्यू जेकर आप कढ़ी तो भाई यह आ गया तुहाडा 28 -5 इंटू 6 प्लस 2 आह आ गया, ठीक है। हुण इहनूं आपां करांगे तो 5 6 का 30 आऊगा, पहला 30 आ गया तो 30 ते आह आ गया तुहाडा भाई 0 बन गया, है ना। 30 प्लस 28 आ जाऊगा तो -28 आ जाऊगा, इधर 28 ते 28 कट्टिया जाऊगा, यानी ये 0 बन गया, यानी यह बन गया 0 तो बटा आ गया तुहाडा इधर 1000। तो हुण आह 16 माइनस 0 0 बन जाऊगा, 115 प्लस 0 बटा 1000, यानी यह आ जाऊगा तुहाडा 0.115, 0.115, यानी कि आ पिया आंसर। सो सिंपलीफिकेशन का क्वेश्चन सी बहुत ज़्यादा सौखा सी। नैक्सट क्वेश्चन आप करते हैं। हुण आह क्वेश्चन जेकर तुसीं नहीं कीता होया सी तो छड्ड सकदे सी, ठीक है, छड्ड सकदे सी, कोई बड़ी वड्डी गल नहीं सी। तुहानूं क्यू दे इंटीजर पूछा कोई चक्कर नहीं, जे नहीं पता सी तो क्वेश्चन छड्ड देंदे। चलो फिर भी आप करते हैं। कहता जी x² प्लस 13x प्लस क्यू बराबर 0 हैज़ इंटीजर रूट्स, दैन हाउ मैनी इंटीजर वैल्यू क्यू कैन क्यू टेक। हालांकि तो मैं शॉर्टकट ही दस दिना, क्योंकि चैप्टर बहुत वड्डा, ये प्रोडक्ट ऑफ द रूट्स हो गया, सम ऑफ द रूट्स हो गया, वो सारा कुछ दसना पैंदा, राइट। पर जेकर एहो आ सिंपल इक्वेशन है, बेसिकली ये आए कह लो भी इस चैप्टर की सब तो सौखी इक्वेशन यही है। जेकर मैं कहा कि क्वेश्चन जो आया बिल्कुल बेसिक आया, यानी जिन्हें माड़ा जिहा भी पढ़ रखे वो आंसर दे सकता है, राइट। हुण जेकर इत्थे 13 वैल्यू है तो अपन को पता कि जी एक्स की वैल्यू आऊगी वो 13 के अप टू ही आऊगी, क्यों, क्योंकि अपन एक्स इत्थे ग्रेटर दैन 0 दे रखा, तो माइनस की वैल्यू का मतलब हो नहीं सकती। क्यू की वैल्यू जी ग्रेटर दैन 0 दे रखी है इत्थे, यानी क्यू की वैल्यू जी बेसिकली वो की कहते होंगे ग्रेटर दैन 0 का मतलब पॉजिटिव ही होगी, -13 नहीं हो सकता, यानी वैल्यू इत्थे -13 13 बन जूगी, ठीक है ना। सो 13 तो हम 13 के जेकर आप पेयर बनावांगे तो किमें बनणगे 1 12 2 9 ना 2 11 2 11 3 8 4 3 8 की करिए ना, मैं 1 मिनट 1 12 2 11 3 10 4 9 5 8 6 7 तो इदों बाद रिपीट होने लग जाएंगे, ध्यान नाल देखो, इदों बाद रिपीट होने लग जाएंगे। फिर 7 6 आ जाऊगा, 7 6 तो सेम ही है, ठीक है ना। फिर 8 5 आ जाऊगा, फिर 9 4 आ जाऊगा, फिर 10 3 आ जाऊगा, फिर 11 2 आ जाऊगा, तो 12 1 आ जाऊगा, यानी रिपीट होने लग जाएंगे। इदों बाद तो किन्ने बने पेयर 1 2 3 4 5 6, तो 6 बन गए वही है, ठीक है ना। सो अपने ही पूछा सी हाउ मैनी इंटीजर वैल्यू कैन क्यू टेक, ठीक है। हालांकि ये होर भी मैथड बहुत है, पर एक मैं शॉर्टकट दसता, ठीक है ना। सो 6 आंसर आ गया। इस तो बाद गल करा भाई, कहता सेम क्वेश्चन आ गया, अच्छा अलग, ठीक है। देखो एक ही टाइप का सेम क्वेश्चन, कहता 60% इंक्रीज हो गया इन एन अमाउंट 6 ईयर एट सिंपल इंटरस्ट। जे 60% इंक्रीज हो रहा 6 सालों के तो हर साल यानी कितना रेट आ 10% है। आही तो सिंपल इंटरस्ट के हिसाब नाल आ गया। कहता हम कंपाउंड इंटरस्ट दसो, देकर 2,40,000 प्रिंसीपल हो 3 सालों वास्ते सेम रेट का मतलब 10%, यानी 1/10 1/10 तो 1/10, यानी इत्थे आ जाऊगा तो 2,40,000 आ, तो यह आ गया 24,000, इत्थे भी आ गया 24,000, इत्थे भी आ गया 24,000। हुण 24,000 24,000 24,000 24 ती 72,000 तो सीधा ही बन गया। चलो इत्थे लगभग दिता होया तो आप कट लेने एक, यानी आंसर आ तो सीधा कट्टिया ही गया, 99 का हो ही नहीं सकता, ठीक है ना। 72,000 सीधा बन गया। हुण 24,000 तो भी 10% कितना आऊगा तो 2400 आऊगा,
24000 24000 4800 48000 ठीक है 48000 ਦੇ ਵਿੱਚ ਤੁਸੀਂ 2400 ਹੋਰ ਜੋੜ ਲਓ ਠੀਕ ਹੈ ਇਹ ਬਣ ਗਿਆ ਤੁਹਾਡਾ ਭਾਈ 50400 50400 ਆ ਗਿਆ ਹੁਣ 2 ਸਾਲਾਂ ਤੇ ਲੱਗੂ ਆਹ 50400 ਹੈ 50400 ਤੇ ਵੀ ਇੰਟਰਸਟ ਲੱਗ ਜੂਗਾ ਤਾਂ ਇਹ ਬਣ ਗਿਆ ਤੁਹਾਡਾ 5040 ਠੀਕ ਹੈ ਯਾਨੀ 24 24 24 72000 72000 ਦੇ ਵਿੱਚ ਤੁਸੀਂ 2400 ਜੋੜਨਾ ਤੇ ਫਿਰ 50 ਜੋੜਨਾ ਯਾਨੀ ਯੂਨਿਟ ਡਿਜਿਟ ਆ ਜਿਹੜੇ 40 ਆਉਂਦਾ ਪਿੱਛੇ ਚਲੋ ਠੀਕ ਹੈ ਜੋੜ ਲਓ ਬਸ 74 ਪਹਿਲੇ ਹੀ ਬਣਦਾ ਨਾ ਹਾਂ ਠੀਕ ਹੈ ਇੱਕ ਵਾਰੀ ਹੈ 70000 ਤਾਂ ਹੀ ਨਹੀਂ ਰਿਹਾ 72000 ਤਾਂ ਡਾਇਰੈਕਟ ਹੀ ਹੋ ਗਿਆ ਅੱਛਾ ਤੇ 70 ਲਿਖਿਆ ਹੋਇਆ ਇਹਦਾ ਮਤਲਬ ਆਨਸਰ ਗਲਤ ਹੈ ਫਿਰ ਇਹਦਾ ਆਨਸਰ ਕਿੰਨਾ ਆਊਗਾ ਇਹ ਆ ਜਾਊਗਾ 4 ਇਹ ਬਣ ਗਿਆ ਤੁਹਾਡਾ 9 ਤੇ ਆਹ 79440 ਆਊਗਾ ਟੀ ਆਨਸਰ ਆਊਗਾ ਭਾਈ ਹੋ ਸਕਦਾ ਜਿਨ੍ਹਾਂ ਨੇ ਪੇਪਰ ਦਿੱਤਾ ਹੋਊਗਾ ਉਹਨਾਂ ਨੂੰ ਪਤਾ ਹੋ ਰਿਪਰੈਜ਼ੈਂਟੇਸ਼ਨ ਪਾਈ ਹੋਊਗੀ ਆਨਸਰ ਗਲਤ ਦਿੱਤਾ ਹੋਇਆ ਭਾਈ ਤਾਂ 79400 ਆਨਸਰ ਆਊਗਾ ਠੀਕ ਹੈ ਡਾਇਰੈਕਟ ਹੀ ਬਣੀ ਜਾਂਦਾ 72000 ਤਾਂ ਡਾਇਰੈਕਟ ਹੀ ਬਣੀ ਜਾਂਦਾ ਦੇਖੋ 24000 24000 72000 70440 ਤਾਂ ਹੋ ਹੀ ਨਹੀਂ ਸਕਦਾ ਸਮਝ ਲੱਗ ਗਈ ਚਲੋ ਤਾਂ ਨੈਕਸਟ ਕੁਐਸਚਨ ਕਰਦੇ ਹਾਂ ਕਹਿੰਦਾ ਜੀ x/y 7/8 ਹੈ ਤਾਂ ਇਹਦੀ ਵੈਲਿਊ ਕੱਢਣੀ ਹੁਣ ਆਹ ਕਿੰਨਾ ਜ਼ਿਆਦਾ ਸੌਖਾ ਦੇਖੋ x² + y² x² - y² ਤਾਂ ਜਦੋਂ ਮੈਂ ਇਹਨੂੰ ਮੈਂ ਨਾ ਐਂ ਕਰਦਾ xy ਦੇ ਨਾਲ ਡਿਵਾਈਡ ਕਰ ਦੇਣਾ xy ਦੇ ਨਾਲ ਜਦੋਂ ਮੈਂ ਡਿਵਾਈਡ ਕੀਤਾ ਤਾਂ ਇਹ ਬਣ ਜਾਊਗਾ ਇੱਧਰ ਵੀ xy ਦੇ ਨਾਲ ਡਿਵਾਈਡ ਕਰ ਦੇਣਾ ਇੱਥੇ ਵੀ xy ਦੇ ਨਾਲ ਡਿਵਾਈਡ ਕਰ ਦੇਣਾ ਇੱਥੇ ਵੀ xy ਦੇ ਨਾਲ ਡਿਵਾਈਡ ਕਰ ਦੇਣਾ ਕੋਈ ਫਰਕ ਤਾਂ ਨਹੀਂ ਪੈ ਰਿਹਾ ਨਾ ਕਿਉਂਕਿ xy ਤੇ xy ਕੱਟਿਆ ਜਾਊਗਾ ਕੋਈ ਫਰਕ ਨਹੀਂ ਪੈ ਰਿਹਾ ਬਸ ਮੈਂ ਸਿੰਪਲ ਬਣਾ ਰਿਹਾ ਇੱਥੇ x ਨਾਲ x ਕੱਟਿਆ ਜਾਊ ਤਾਂ ਇਹ ਬਣ ਜਾਊਗਾ ਤੁਹਾਡਾ x ਤੇ ਇੱਥੇ ਬਣ ਜਾਊਗਾ y ਨਾਲ y ਕੱਟਿਆ ਜਾਊਗਾ ਤਾਂ ਇਹ ਬਣ ਜਾਊਗਾ y + x ਇੱਥੇ ਵੀ x ਨਾਲ x ਕੱਟਿਆ ਜਾਊਗਾ ਤਾਂ ਇਹ ਬਣ ਜਾਊਗਾ x ਤੇ -y/x ਯਾਨੀ ਆਹ ਬਣ ਗਿਆ ਠੀਕ ਹੈ ਹੁਣ ਇਹ ਤੋਂ ਸੋਲਵ ਕਰ ਲਓ ਭਾਈ ਯਾਨੀ ਉੱਪਰ ਹੈਗਾ ਤੁਹਾਡਾ 7/8 + 8/7 ਨੀਚੇ 7/8 - 8/7 ਬਸ ਫਿਰ ਇਹ ਆਨਸਰ ਆ ਗਿਆ ਤਾਂ ਦੇਖ ਲਓ ਭਾਈ ਹੁਣ ਕਿੰਨਾ 7 7 49 ਬਣਦਾ 8 8 64 ਬਣਦਾ ਇੱਥੇ ਤਾਂ ਬਣੂਗਾ ਤੁਹਾਡਾ 8 7 56 ਇਹਨੂੰ ਉਵੇਂ ਹੀ ਰਹਿਣ ਦਿਓ ਇਸ ਤੋਂ ਬਾਅਦ ਆ ਗਿਆ ਤੁਹਾਡਾ ਇੱਥੇ 7 7 49 - 8 8 64 ਇੱਥੇ ਬਣ ਗਿਆ 56 56 ਨਾਲ 56 ਕੱਟਿਆ ਹੀ ਜਾਊਗਾ ਠੀਕ ਹੈ ਯਾਨੀ ਮਾਈਨਸ ਦੇ ਵਿੱਚ ਆਨਸਰ ਆ ਰਿਹਾ ਹੈਗਾ ਤਾਂ ਮਾਈਨਸ ਦੇ ਵਿੱਚ ਆਨਸਰ ਆ ਰਿਹਾ ਤਾਂ ਮਾਈਨਸ ਦੇ ਵਿੱਚ ਇੱਕੋ ਹੀ ਆਪਸ਼ਨ ਹੈ ਆਹੀ ਆਨਸਰ ਤੁਹਾਡਾ ਆ ਗਿਆ ਠੀਕ ਹੈ ਨਾ 49 ਤੇ 64 113 ਬਣ ਗਿਆ ਦੇਖ ਰਿਹਾ 49 ਤੇ 64 113 ਬਣ ਗਿਆ 49 - 64 15 ਮਾਈਨਸ ਠੀਕ ਹੈ ਸੋ -113/15 ਆਨਸਰ ਆ ਗਿਆ ਠੀਕ ਆ ਕਿ ਨਹੀਂ ਭਾਈ ਸੋ ਸੌਖਾ ਸੀ ਕੁਐਸਚਨ ਵੈਰੀ ਗੁੱਡ ਇਸ ਤੋਂ ਬਾਅਦ ਆ ਗਿਆ ਕਹਿੰਦਾ ਦੋ ਟ੍ਰੇਨਾਂ two trains are coming towards each other from opposite direction ठीक है opposite direction तो आ रही हैं and the front of the two trains are currently at the same level okay हो गया one has speed एक दी हैगी 10 मीटर प्रति सेकंड ते दूसरी and length हैगी 120 मीटर ठीक है जी second train है कहंदा ओदी 15 मीटर प्रति सेकंड स्पीड है and ओदी length हैगी है जी 100 मीटर ਤਾਂ ਕਹਿੰਦਾ ਹਾਊ ਮਚ ਟਾਈਮ ਇਟ ਵਿਲ ਟੇਕ ਟੂ ਦਾ ਕ੍ਰਾਸ ਈਚ ਅਦਰ ਦੱਸੋ ਕੀ ਕੁਐਸਚਨ ਹੈ ਜਦੋਂ ਇੱਕ ਦੂਸਰੇ ਨੂੰ ਕ੍ਰਾਸ ਕਰਨਗੇ ਇੱਕ ਦੂਸਰੇ ਦੀ ਲੈਂਥ ਨੂੰ ਕ੍ਰਾਸ ਕਰਨਗੇ 120 ਤੇ 100 ਕਿੰਨਾ ਆ ਜਾਊਗਾ 220 ਆਪੋਜ਼ਿਟ ਆ ਤਾਂ ਸਪੀਡਾਂ ਐਡ ਹੋ ਜਾਣਗੀਆਂ 10 ਤੇ 15 25 ਯਾਨੀ 25 ਤੁਹਾਡਾ ਆ ਜਾਊਗਾ 25 8 200 ਸਿੱਧਾ 8.8 ਆ ਜਾਊਗਾ ਹੈ ਨਾ 25 8 200 8.8 ਆਨਸਰ ਆ ਗਿਆ ਠੀਕ ਹੈ ਸੋ ਬਿਲਕੁਲ ਸੌਖਾ when an integer a ਜਦੋਂ ਕਹਿੰਦਾ a ਇੰਟੀਜਰ ਨੂੰ ਡਿਵਾਈਡ ਕਰਦੇ ਆ 8 ਤੇ ਤਾਂ ਰਿਮਾਈਂਡਰ ਦਿੰਦਾ ਇਹ 3 ਰਿਮਾਈਂਡਰ ਠੀਕ ਹੈ ਤੇ ਜਦੋਂ ਕਹਿੰਦਾ 6a ਨੂੰ ਡਿਵਾਈਡ ਕਰਾਂਗੇ 8 ਤੇ ਤਾਂ ਰਿਮਾਈਂਡਰ ਕਿੰਨਾ ਦਊਗਾ ਤਾਂ ਭਾਈ ਆਨਸਰ ਤੁਸੀਂ ਲਾਉਣਾ ਹੈ ਜਦੋਂ 6a ਨੂੰ ਕਰਾਂਗੇ ਠੀਕ ਹੈ ਤਾਂ 6a ਨੂੰ ਕਰਾਂਗੇ ਤਾਂ ਕਿੰਨਾ ਯਾਨੀ ਕਿ ਆਊਗਾ ਤਾਂ ਬਹੁਤ ਸਿੰਪਲ ਸੀਗਾ ਦੇਖੋ ਸਿੱਧੀ ਜੀ ਗੱਲ ਹੈ ਜਦੋਂ ਆਹ ਰਿਮਾਈਂਡਰ ਦੀ ਗੱਲ ਹੋਈ ਹੈ ਤਾਂ ਜਦੋਂ ਆਹ ਰਿਮਾਈਂਡਰ ਹੋਊਗਾ ਤਾਂ ਇਹ ਵੀ ਰਿਮਾਈਂਡਰ ਵੀ 6 ਗੁਣਾ ਹੋ ਜਾਊਗਾ ਜਦੋਂ ਆਪਾਂ ਡਿਜਿਟ ਨੂੰ ਜਿੰਨੇ ਗੁਣਾ ਕਰ ਦਾਂਗੇ ਰਿਮਾਈਂਡਰ ਵੀ ਉਨੇ ਗੁਣਾ ਹੀ ਹੋ ਜਾਊਗਾ ਯਾਨੀ ਇੱਥੇ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ a ਨੂੰ 8 ਤੇ ਡਿਵਾਈਡ ਕਰਦੇ ਤਾਂ ਰਿਮਾਈਂਡਰ 3 ਬਚਦਾ ਤੇ ਜੇ a ਨੂੰ ਮੈਂ ਗੁਣਾ 6 ਗੁਣਾ ਕਰਤਾ a ਨੂੰ ਮੈਂ 6 ਗੁਣਾ ਕਰਤਾ ਤਾਂ ਰਿਮਾਈਂਡਰ ਵੀ 6 ਗੁਣਾ ਹੋ ਜੂ ਯਾਨੀ ਰਿਮਾਈਂਡਰ ਤੁਹਾਡਾ ਕਿੰਨਾ ਹੋ ਜਾਊਗਾ 18 ਹੋ ਜਾਊਗਾ ਤੇ ਹੁਣ 18 ਨੂੰ ਜਦੋਂ ਮੈਂ 8 ਤੇ ਡਿਵਾਈਡ ਕਰੂੰਗਾ ਤਾਂ ਹੁਣ ਕਿੰਨਾ ਬਚੂਗਾ ਹੁਣ ਬਚੂਗਾ 2 ਯਾਨੀ ਆਹ ਆਨਸਰ ਆ ਗਿਆ ਠੀਕ ਹੈ ਹੁਣ ਬਚੂਗਾ 2 ਇੱਕ ਤਰੀਕਾ ਹੋਰ ਵੀ ਹੈ ਜੇ ਤੁਸੀਂ ਐਂ ਕਰਨਾ ਕਿ ਭਾਈ a ਨੂੰ ਮੈਂ ਕੀਤਾ 8 ਤੇ ਡਿਵਾਈਡ ਤੇ 3 ਰਿਮਾਈਂਡਰ ਬਚ ਗਿਆ ਹੁਣ ਕੀ ਕਰ ਸਕਦਾ ਮੈਂ ਇਹੋ ਜਿਹਾ ਕਿ 3 ਰਿਮਾਈਂਡਰ ਬਚੇ ਜੇ ਇੱਥੇ 8 ਏਕਮ 8 ਕਰਦਾ ਮੈਂ 8 ਏਕਮ 8 ਕਰਦਾ ਤਾਂ 8 ਤੇ 3 11 ਯਾਨੀ ਇੱਥੇ 11 ਹੋ ਸਕਦਾ ਹੁਣ a ਦੀ ਵੈਲਿਊ ਜੇਕਰ ਮੈਂ 11 ਪੁੱਟ ਕਰ ਲਾਂ ਤਾਂ ਇੱਥੇ ਫਿਰ ਕਿੰਨਾ ਆ ਜਾਊਗਾ 66 ਆ ਜਾਊਗਾ ਹੁਣ 66 ਨੂੰ
8 ਤੇ ਡਿਵਾਈਡ ਕਰੋ 8 8 64 2 बच गया ठीक है ਐਵੇਂ कर सकते सी ठीक है नहीं फिर ਇਹ ਜਿੰਨਾ ਰਿਮਾਈਂਡਰ ਬਚੂਗਾ ਤੇ ਜੇਕਰ ਡਿਜਿਟ ਨੂੰ 6 ਨਾਲ ਗੁਣਾ ਕਰੋਗੇ 4 ਨਾਲ ਕਰੋਗੇ ਤਾਂ 4 ਹੋ ਜਾਊਗਾ ਡਿਵਾਈਡ ਕਰੋਗੇ ਤਾਂ ਡਿਵਾਈਡ ਹੋ ਜਾਊਗਾ ਜਿਵੇਂ ਮਰਜ਼ੀ ਕਰ ਲਓ ਰਿਮਾਈਂਡਰ ਨਾਲ ਉਹੀ ਫਰਕ ਪੈਂਦਾ ਕਹਿੰਦਾ ਲੈਂਥ ਆਫ ਈਚ ਸਾਈਡ ਆਫ ਏ ਕਿਊਬ 7 ਸੈਂਟੀਮੀਟਰ ਆਪਾਂ ਨੂੰ ਕਿਊਬ ਦੀ ਜਿਹੜੀ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਉਹ 7 ਸੈਂਟੀਮੀਟਰ ਦੇ ਰੱਖਿਆ ਟੋਟਲ ਸਰਫੇਸ ਏਰੀਆ ਆਫ ਦਾ ਕਿਊਬ ਹੈ टोटल सरफेस एरिया ऑफ द क्यूब याद होना चाहिए 6a² होंगे यानी 6a² 7 7 49 6 नाम 54 4 यूनिट डिजिट बनता है यानी कि 2 3 4 आ भी नहीं हो सकता सीधा ही है 294 बाकी करके देख लो 50 ਨੂੰ 6 ना करोगे 300 बन जूगा एक रह गया एक ਨੂੰ 6 घटा दो 294 एलसीएम ऑफ 2 प्राइम नंबर 2 प्राइम नंबर है जिहदे विचों A कहता है ग्रेटर दैन B तो उन्होंने जो एलसीएम है 144 है ਹੁਣ देखो सीधी जी गल है यानी 144 आ 141 141 ए आ दोने प्राइम नंबर है ए ते बी 141 ਹੁਣ 3 ਦਾ ਮਲਟੀਪਲ ਬਣ ਰਿਹਾ ਹੈਗਾ ਯਾਨੀ 3 ਇੱਧਰ ਆ ਜਾਊਗਾ ਤੁਹਾਡਾ 3 ਚੌਕੇ 12 ਤੇ 3 7 21 ਠੀਕ ਹੈ ਯਾਨੀ 3 ਗੁਣਾ 47 ਹੈਗਾ ਦੋਨੇ ਪ੍ਰਾਈਮ ਨੰਬਰ ਹੈ ਠੀਕ ਹੈ ਤੇ ਇਹਦੇ ਵਿੱਚੋਂ ਆਪਾਂ ਨੂੰ ਕੀ ਕਿਹਾ ਹੈਗਾ ਕਿ A ਗ੍ਰੇਟਰ ਦੈਨ B A ਗ੍ਰੇਟਰ ਦੈਨ B ਯਾਨੀ ਜਿਹੜਾ A ਹੈ ਉਹ ਤੁਹਾਡਾ ਗ੍ਰੇਟਰ ਦੈਨ B ਹੈ ठीक है यानी कि जो ए आ ए की वैल्यू की आ गई 47 आ गई तो बी की वैल्यू की आ गई तो 3 आ गई आई है ना ए ग्रेटर दैन बी ठीक है तो हम इतने पुट कर लो भाई ये वैल्यू पूछी है इन्होंने तो 5b 5 30 15 माइनस 2 गुणा 47 2 गुणा 47 तो 2 गुणा 47 कितना आ जाऊगा है 94 आ जाऊगा 94 चो 15 घटा दो माइनस 79 आ गया ठीक है आ पाया भाई माइनस 79 इज द राइट आंसर कहता जी विच ऑफ द फॉलोइंग ऑप्शन आर करैक्ट फार्मूला फाइंडिंग क्वाड्रेटिक इक्वेशन ऑफ द आ देखो छोटे होंदे तुसी बहुत इनू पढ़ते आए हो भाई बी एक्स प्लस सी बराबर 0 आपां की यह क्वाड्रेटिक इक्वेशन एक्स की वैल्यू छोटे होंदे पढ़ते नहीं आए एवें करके कि भाई आह छोटे होंदे पढ़ते आए ये रकम ठीक है सो आ फार्मूला पिया सीधा देखो ठीक है ना इत्थे b² - 4ac आऊगा सॉरी b² - 4ac ठीक है ना सो पहले ही ऑप्शन पिया कहता एक सॉलिड नहीं एक एटम है कहता जिन्होंने सोल्ड किया जाता 12% ते ओके 12% ते सोल्ड किया जाता है 12% ते सोल्ड किया जाता है प्रॉफिट ते यानी 112 कहता जे इनू आप सोल्ड किया होंगे 180 ज़्यादा ते यानी 180 रुपये हुण तो 12% प्रॉफिट ते बेचा यानी 112% हो गया जेकर 100% कॉस्ट प्राइस आ तो 112% ते उन्होंने बेचा गया 112 कहता जेकर 180 होर बेचा होंदा जमा सेम यही टाइप मैनू लगता पहली आप जो पटवारी मेनस पेपर आया वो भी यह जो क्वेश्चन आया वो भी करवाया मैं तो अदू पहले आप भी किया होया बहुत बारी ठीक है तो उही क्वेश्चन फिर मैं कही है ना कि ट्रेंड पेपर जो मर्जी चक लो उही चीज़ां घूम रही हैं बार बार 112% प्लस 180 हाँ ये हो सकता भी किसी के 2 क्वेश्चन 4 क्वेश्चन टफ आएंगे छड़ दो यार कौन कहता तुहानूं सारे क्वेश्चन कर लो पर जिन्ने करूँ एक्यूरेसी दे नाल करूँ गारंटी है ਤੁਹਾਡੀ सिलेक्शन पक्की है 112% आ 180 ਦੇ ਵਿੱਚ ਜੇਕਰ ਕਹਿੰਦਾ ਜ਼ਿਆਦਾ ਵੇਚ ਦਿੱਤਾ ਹੁਣ ਕਹਿੰਦਾ ਉਹਨੂੰ ਪ੍ਰੋਫਿਟ 18% ਹੋ ਜਾਂਦਾ ਯਾਨੀ ਹੁਣ ਜਿਹੜਾ ਪ੍ਰੋਫਿਟ ਆ 18% ਆ ਯਾਨੀ 118 ਹੋ ਗਿਆ ਤਾਂ ਆਹ ਕਿੰਨਾ ਆ ਗਿਆ ਤੁਹਾਡਾ 6% 180 ਦੇ ਬਰਾਬਰ ਹੈ ਤਾਂ ਇਹ 6 30 18 30 ਆ ਗਿਆ ਤਾਂ ਆਪਾਂ ਕਾਸਟ ਪ੍ਰਾਈਸ ਕੱਢਣਾ ਕਿ ਹਾਂ ਕਾਸਟ ਪ੍ਰਾਈਸ 100% ਹੈ ਤਾਂ 100% ਕਿਹਦੇ ਬਰਾਬਰ ਆ ਜਾਊਗਾ 3000 ਦੇ ਠੀਕ ਹੈ ਨਾ 3000 ਆ ਆਨਸਰ ਪਿਆ इस तो बाद आ गया भाई एक्स की वैल्यू जेकर कहता 0.2025 है तो यदा आप दसना गा यानी कि 16x² प्लस 8x प्लस 1 प्लस 6x राइट हुण 16 एकम 16 यानी 16 जोड़ बनना चाहिए यानी 16x² प्लस इनू मैं 4x प्लस 4x लिख सकता चौकम चौकी 16 बनता है राइट है जी 4x जेकर मैं कॉमन कढ़िया तो 4x प्लस 1 आ गया तो यह भी 4x प्लस 1 आ जाऊगा जेकर मैं इत्थे 1 लिखदा राइट यानी कि यह बन गई जी थोड़ी यह 4x प्लस 1 का स्केयर बन गया तो आही रूट के यानी यदी वैल्यू जी आ गई 4x प्लस 1 का स्केयर आ गया ठीक है इधर है प्लस 6x है रूट यदा कट्टिया जाऊ यानी ये बन गया 4x प्लस 1 प्लस बाहर पिया 6x ये बन गया 10x प्लस 1 x की वैल्यू कितनी है 0.2025 तो जेकर गुणा 10 ना करता मैं इतने तो आह आ जाऊगा एवं एक पॉइंट अगे आ जाऊगा ठीक है प्लस 1 करना तो प्लस 1 किया तो 3.025 आंसर आ गया 3.025 आ पाया ठीक है या नहीं सम ऑफ 2 नंबर कहता सम ऑफ 2 नंबर कहता हैगा जी 85 तो उन्होंने डिफरेंस है जोड़ा वो हैगा जी 5
तो लार्जर वैल्यू 85 ਤੇ 5 90 ਤੇ 45 आंसर आ गया। लार्जर 45 आंसर आ गया। ठीक है ना। अब बी नाल बी कट्टिया जाऊगा 2a 85 ਤੇ 5 90 2a 2 उधर लियो 45 ए की वैल्यू 45 आ गई। लो 15:22 ਆਪਾਂ ਨੂੰ ਦਿੱਤਾ ਹੋਇਆ x अनुपात 11 ਦੇ ਬਰਾਬਰ ਤਾਂ x ਦੀ ਵੈल्यू ਦੱਸਣੀ ਤਾਂ 11 दुना 22 7.5 दुना 15 ਤਾਂ 7.5 ਆਨਸਰ ਆ ਜਾਊਗਾ। कुछ भी नहीं सीगा ना इनू एवं लिख सकते 15/22 तो x बटे 11 11 दुना 22 2 10 15/2 यानी 7.5। कहता एक सॉलिड राइट सर्कुलर कोण है कहता जिदा टोटल सरफेस एरिया 1848 है। हुण कोण है जिहड़ा तुहाडा ਉਹਦਾ टोटल सरफेस एरिया कितना ਹੁੰਦਾ ਤੁਹਾਨੂੰ ਦੱਸਿਆ ਹੋਇਆ ਚੰਗਾ ਭਲਾ कि पाई आर एल ਤੇ पाई आर ਸਕੁਅਰ ਇਹ ਤੁਹਾਨੂੰ ਦੇ ਰੱਖਿਆ ਜੀ 1848 ਦੇ ਬਰਾਬਰ। ठीक है ਹੁਣ ਕਹਿੰਦਾ कर्व्ड सरफेस एरिया ਜਿਹੜਾ ਹੈਗਾ ਉਹ 2/3 ਹੈ। कर्व्ड सरफेस एरिया ਦਾ ਮਤਲਬ ਲੇਟਰਲ ਸਰਫੇਸ ਏਰੀਆ ਤੇ ਲੇਟਰਲ ਸਰਫੇਸ ਏਰੀਆ ਕੀ ਹੁੰਦਾ ਪਾਈ ਆਰ ਐਲ ਤੇ ਆਹੀ ਆਪਾਂ ਨੂੰ ਦਿੱਤਾ ਹੋਇਆ ਕਹਿੰਦਾ ਉਹ 2/3 ਹੈ 1848 ਦਾ टोटल सरफेस एरिया ਦਾ 2/3 है। 2/3 ਦਾ ਮਤਲਬ ਆਹ 3 6 18 3 1 3 6 18 616 गुणा 2 600 गुणा 2 कर देंगे 1216 दूना 32 यानी कितना आ गया 1232 आ गया। यानी आह जेकर पाई आर एल ते मैं ही लिखदा 1232 लिखदा 1232 उधर चला जाऊ घट जाऊगा राइट है 1232 चला गया तो यह बच गया तो भाई 616 ये बच गया। ठीक है यानी पाई आर स्क्वायर की वैल्यू कितनी आ गई 616 आ गई तो रेडियस 14 आ जाऊगा। ठीक है इतों डायरैक्ट भी कढ़ सकते हो क्योंकि जो रेडियस 7 होंगे तो उदों एरिया होंगे आ पाई आर स्क्वायर एरिया ही है इतों आप रेडियस कढ़ना तो जो रेडियस 7 होंगे उदों एरिया होंगे 154 तो जे रेडियस में दुगना कर दी तो 154 गुणा 4 दे नाल कर देंगे। ठीक है गुणा 4 दे नाल क्योंकि दुगना किया तो एरिया 4 गुणा हो जाऊगा तो 154 गुणा 4 616 बनूगा नहीं कढ़ लो 22/7 गुणा आर स्क्वायर 616 तो 22 दुना 44 तो 22 8 यानी आर स्क्वायर तुहाडा आ गया जी 28 तो आ 7 उपर लै जाओ 28 गुणा 7 यानी 7 गुणा 4 तो गुणा 7 7 का 7 निकलिया तो 4 का 2 निकलिया 7 दूनी 14 जे रूट कर दोगे तो 14 सेंटीमीटर का आंसर आ गया। सिंपलीफिकेशन आ गया फिर ब्रैकेटां तो स्टार्ट करना भाई इत्थों करो आह एक नाल एक कट्टिया गया यानी 1 + 1 2 बन गया। इस तो बाद आह 1 प्लस आ डिवाइड तो 1/2 आ गया यानी ये 3/2 बन गया। ठीक है इस तो बाद तो 3/2 इत्थे डिवाइड है यानी ये 2/3 बन जू यानी 1 प्लस यह बन गया तुहाडा 2/3 यानी यह कितना आ गया तुहाडा 5/3 आ गया 5/3 आ गया। इत्थे फिर डिवाइड है यानी इहनूं भी उल्ट कर दो 3/5 आंसर आ जाऊगा इहदा 3/5 आंसर है। राम ते रोहित कहता 2 ते 3 दिनों काम खत्म कर सकते राम कर सकता दोवां दे विच ते रोहित कर सकता जिहड़ा हैगा 3 दिनों दे विच। दे वर्क टूगैदर एंड 5000 मिलता तो रोहित का शेयर दसो कितना टोटल काम जेकर 6 है तो एक दिन के 3 कर देगा एक दिन के 2 कर देगा। एफिशिएंसी की रेशो 3:2 आ गई दोनों मिला के 5 है यही 5 मिला के 5000 के बराबर है। रोहित का पूछा रोहित का कितना का 2 है तो 2 बराबर कि आ जाऊगा 5 जेकर 5000 के बराबर है तो 2 बराबर 2000 के बराबर है तो 2000 आंसर आ गया। ठीक है तो मैं फिर कहना कि भाई प्लीज़ प्लीज़ जो मैं पहला करवाया होया उही वार वार करी जाओ। कंप्लीट मैथ पढ़ना एप्लीकेशन इंस्टॉल करो उत्थे कंप्लीट मैथ पिया पर मैथ करना बहुत जरूरी है। PSPCL का पेपर आऊगा उहदे विच भी इहो जिहा कुछ ही आऊगा। मैं PSTCL के पेपर भी सॉल्व करवाऊँगा उत्थे भी देख लियो कोई औखे क्वेश्चन नहीं बा प्रॉब्लम की है एट ए टाइम तो प्रैशर ही इन्ना ज़्यादा बन जाता गा जिहड़ा कि इत्थे ना तो मैं कर रहा मेरे ते प्रैशर बन रहा ना ही थोड़े ते बन रहा होऊगा पर वो प्रैशर जेकर लेना गा तो ऑनलाइन पेपर लाया करो जिन्ना लाओगे उन्ना सौखे रहोगे। कल्ले मैथ की टैस्ट सीरीज़ जल्दी ही आ रही है तुसीं उहनूं ज्वाइन करियो प्रॉपर तरीके दे नाल जिवें टाइमली पेपर हुंदा गा भी 15 मिनटां दे विच 20 क्वेश्चन करने ही करने आ। पहली बार 10 होणगे पहली बार 8 होणगे हौली हौली 15 मिनटां दे विच 15 क्वेश्चन होण लग जाणगे। कोशिश करो कि किवें इन्हां दे शॉर्टकट किसी दी वीडियो देख के नहीं अपने दिमाग दे विच मैंटल कैलकुलेशन अपनी शॉर्टकट अपना राह तुसीं आप बनाओ। थोनू अपने पिंड का शॉर्टकट थोनू पता है ਉਹ ਕਿਸੇ ਨੇ ਤੁਹਾਨੂੰ ਬਣਾ ਕੇ ਨਹੀਂ ਦਿੱਤਾ ਕਿ ਇਹ ਸ਼ਾਰਟਕਟ ਹੈ ਰਾਈਟ। ਤੁਸੀਂ ਉੱਥੇ ਪ੍ਰੈਕਟਿਸ ਤੁਹਾਡਾ ਆਪਣਾ ਪਿੰਡ ਹੈ ਤੁਹਾਡਾ ਆਪਣਾ ਏਰੀਆ ਹੋਣਾ ਚਾਹੀਦਾ ਮੈਥ ਸ਼ਾਰਟਕਟ ਆਪਣੇ ਆਪ ਤੁਹਾਡੇ ਕੋਲੇ ਭੱਜਿਆ ਆਊਗਾ। ਠੀਕ ਹੈ ਨਾ ਇਹ ਸ਼ਾਰਟਕਟ ਨਾਲੇ ਹੈ ਹੀ ਨਹੀਂ ਕਨਸੈਪਟ ਹੈ ਕਨਸੈਪਟਾਂ ਤੋਂ ਸ਼ਾਰਟਕਟ ਆਪਣੇ ਆਪ ਨਿਕਲ ਆਉਣਗੇ। P कैन फिनिश द वर्क इन 18 डेज P है जोड़ा ये 18 दिन काम करता। क्यों कैन वर्क इन 10 डेज क्यों करता 10 दिन
ਤਾਂ ਟੋਟਲ ਕੰਮ ਆਪਾਂ 90 ਮੰਨ ਲੈਂਦੇ ਹਾਂ ਤਾਂ 18 5 ਇੱਕ ਦਿਨ ਦੇ ਵਿੱਚ 5 ਕਰਦਾ, ਆਹ ਕਰਦਾ ਜੀ 9 ਕਰਦਾ। ਕਹਿੰਦਾ ਕਿਉਂ ਨੇ 5 ਦਿਨ ਕੰਮ ਕੀਤਾ, ਕਿਉਂ ਨੇ ਜੇਕਰ 5 ਦਿਨ ਕੰਮ ਕੀਤਾ, ਜੇਕਰ ਇੱਕ ਦਿਨ ਦੇ ਵਿੱਚ 9 ਕਰਦਾ ਤਾਂ 5 ਦਿਨਾਂ ਦੇ ਵਿੱਚ ਕਿੰਨਾ ਕਰਤਾ, 45 ਕੰਮ ਕਰਤਾ। ਯਾਨੀ 90 ਦੇ ਵਿੱਚੋਂ 45 ਕੰਮ ਤਾਂ ਕਿਉਂ ਨੇ ਕਰਤਾ। ਕੰਮ ਰਹਿ ਕਿੰਨਾ ਗਿਆ, 45 ਕੰਮ ਰਹਿ ਗਿਆ। ਕਹਿੰਦਾ ਉਸ ਤੋਂ ਬਾਅਦ ਉਹ ਛੱਡ ਜਾਂਦਾ ਤੇ ਫਿਰ ਕਹਿੰਦਾ ਕੱਲਾ ਪੀ ਕਰਦਾ ਤਾਂ ਦੱਸੋ, ਕਹਿੰਦਾ ਰਿਮੇਨਿੰਗ ਵਰਕ ਪੀ ਕਿੰਨੇ ਦਿਨਾਂ 'ਚ ਕਰੂਗਾ। ਤਾਂ ਪੀ ਜੇਕਰ ਇੱਕ ਦਿਨ ਦੇ ਵਿੱਚ 5 ਕਰ ਦਾਂਗਾ ਤਾਂ ਕਿੰਨੇ ਦਿਨਾਂ 'ਚ ਕਰ ਦੂਗਾ, 9 ਦਿਨਾਂ 'ਚ ਕਰ ਦੂਗਾ। ਤਾਂ 9 ਆਨਸਰ ਆ ਜਾਊਗਾ, 9 ਡੇਜ਼। ਠੀਕ ਹੈ, 9 ਦਿਨ ਆਨਸਰ ਆ ਗਿਆ। ਸੋ ਇਹ ਸੀਗੇ ਕੁਐਸਚਨ ਭਾਈ। ਸੋ ਆਪਾਂ ਹੁਣ ਮਿਲਦੇ ਹਾਂ ਕਿਸੇ ਹੋਰ ਪੇਪਰ ਦੇ ਨਾਲ। ਤੇ ਐਕਸਾਈਜ਼ ਦੇ ਵਾਸਤੇ ਟੈਕਸੇਸ਼ਨ ਦਾ ਜਿਹੜਾ ਡਿਸਕ੍ਰਿਪਸ਼ਨ ਯਾਨੀ ਕਿ ਜੋ ਤੁਹਾਡਾ ਥਿਓਰੈਟੀਕਲ ਪੋਰਸ਼ਨ ਹੈ, ਡਿਸਕ੍ਰਿਪਟਿਵ ਆ ਜਿਹੜਾ, ਉਹ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੇ ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਹੋਰ ਬਹੁਤ ਕੁਛ ਹੈ ਤੇ ਮੈਗਾ ਸੈਸ਼ਨ ਮੈਂ ਪੰਜਾਬ ਜੀਕੇ ਦਾ ਪਾਰਟ 2 ਲੈ ਕੇ ਬਹੁਤ ਛੇਤੀ ਆ ਰਿਹਾ ਹਾਂ। ਪਹਿਲਾ ਪਾਰਟ ਉਹਦਾ ਬਹੁਤ ਵਧੀਆ ਹੋ ਰੱਖਿਆ ਹੈਗਾ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਪਾਰਟ 2 ਉਹਦਾ ਲੈ ਕੇ ਆ ਰਿਹਾ ਤੇ ਇੱਕ ਹਿਸਟਰੀ ਆ ਉਹਦਾ ਵੀ ਪਾਰਟ 2 ਲੈ ਕੇ ਆ ਰਿਹਾ। ਸੋ ਧਿਆਨ ਦੇ ਨਾਲ ਕਰਦੇ ਰਹੋ ਸਾਰਾ ਕੁਝ। ਥੈਂਕ ਯੂ ਵੈਰੀ ਮੱਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ ਤੇ ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ।